हेलो एवरीवन, आई एम फ्रॉम ट्रू लैब एजुकेशन। सो आज आप करांगे प्रेजेंट इंडेफिनिट टेंस। सो पिछली वीडियोज़ ਦੇ ਵਿੱਚ ਜਿਵੇਂ ਕਿ ਆਪਾਂ ਕੀਤਾ ਸੀਗਾ ਸਬਜੈਕਟ, ਹੈਲਪਿੰਗ ਵਰਬ ਤੇ ਆਬਜੈਕਟ। ਸੋ ਅੱਜ ਮੈਂ ਤੁਹਾਨੂੰ ਕਰਵਾਵਾਂਗੀ ਪ੍ਰੈਜ਼ੈਂਟ ਇੰਡੈਫਿਨਿਟ ਟੈਂਸ। ਸੋ ਪ੍ਰੈਜ਼ੈਂਟ ਇੰਡੈਫਿਨਿਟ ਟੈਂਸ ਦੀ ਪਹਿਚਾਣ ਕੀ ਹੁੰਦੀ ਹੈ? ਪ੍ਰੈਜ਼ੈਂਟ ਇੰਡੈਫਿਨਿਟ ਟੈਂਸ ਹੁੰਦਾ ਵਾ ਕਿ ਜਿਹਨੂੰ ਜੋ ਚੀਜ਼ ਪ੍ਰੈਜ਼ੈਂਟ ਦੇ ਵਿੱਚ ਕੋਈ ਐਕਟੀਵਿਟੀ ਹੋ ਰਹੀ ਹੈ, ਕੋਈ ਚੀਜ਼ ਹੈਪਨ ਹੋ ਰਹੀ ਹੈ, ਕੋਈ ਵੀ ਵਰਬ, ਕੋਈ ਵੀ ਐਕਟੀਵਿਟੀ, ਕੋਈ ਵੀ ਮੂਵਮੈਂਟ ਹੋ ਰਿਹਾ, ਉਹ ਜਿਹੜੀ ਪ੍ਰੈਜ਼ੈਂਟ ਵਿੱਚ ਹੋ ਰਹੀ ਹੈ ਉਸ ਨੂੰ ਪ੍ਰੈਜ਼ੈਂਟ ਇੰਡੈਫਿਨਿਟ ਟੈਂਸ ਕਹਿੰਦੇ ਨੇ। ਫੋਰ ਐਗਜ਼ਾਮਪਲ ਇਹਨੂੰ ਆਪਾਂ ਸਿੰਪਲ ਪ੍ਰੈਜ਼ੈਂਟ ਟੈਂਸ ਵੀ ਕਹਿ ਸਕਦੇ ਹਾਂ। ਸੋ ਨੈਕਸਟ ਇਹਦੀ ਪਹਿਚਾਣ ਕੀ ਹੁੰਦੀ ਹੈ? ਆਪਾਂ ਪ੍ਰੈਜ਼ੈਂਟ ਇੰਡੈਫਿਨਿਟ ਟੈਂਸ ਨੂੰ ਕਿੱਦਾਂ ਪਹਿਚਾਣ ਸਕਦੇ ਕਿ ਕਿਹੜਾ ਟੈਂਸ ਹੈ? ਸੋ ਜਿਹਦੇ ਲਾਸਟ ਪੰਜਾਬੀ ਵਾਲੇ ਸੈਂਟੈਂਸ ਵਿੱਚ ਪਹਿਚਾਣ ਕਿਵੇਂ ਫਾਈਂਡ ਹੋਏਗੀ? ਲਾਸਟ ਵਿੱਚ ਦਾ ਹੈ, ਦੀ ਹੈ, ਦੀਆਂ ਹਨ, ਦੇ ਹਨ। ਜਿਹੜਾ ਸੈਂਟੈਂਸਿਸ ਦੇ ਵਿੱਚ ਲਾਸਟ ਵਿੱਚ ਦਾ ਹੈ, ਦੀ ਹੈ, ਦੀਆਂ ਹਨ, ਦੇ ਹਨ ਲੱਗਾ ਹੋਵੇ ਉਹ ਸਾਰੇ ਪ੍ਰੈਜ਼ੈਂਟ ਇੰਡੈਫਿਨਿਟ ਟੈਂਸ ਹੁੰਦੇ ਨੇ। ਫੋਰ ਐਗਜ਼ਾਮਪਲ ਰਾਮ ਸਕੂਲ ਜਾਂਦਾ ਹੈ ਫਸਟ, ਗੀਤਾ ਸਕੂਲ ਜਾਂਦੀ ਹੈ, ਬੱਚੇ ਖਾਣਾ ਖਾਂਦੇ ਹਨ, ਕੁੜੀਆਂ ਖਾਣਾ ਖਾਂਦੀਆਂ ਹਨ। ਸੋ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਪਹਿਚਾਣ ਦਾ, ਦੀ, ਦੇ, ਦੀਆਂ ਹਨ ਇਹ। ਸੋ ਜਿਨ੍ਹਾਂ ਦੇ ਲਾਸਟ ਵਿੱਚ ਦਾ ਹੈ, ਜਾਂਦੀ ਹੈ, ਖਾਂਦੇ ਹਨ, ਖਾਂਦੀਆਂ ਹਨ। ਸੋ ਸਾਰੀਆਂ ਜਿਹੜੀਆਂ ਆਪਣੀ ਪਹਿਚਾਣ ਹੈ ਸੈਂਟੈਂਸਿਸ ਦੇ ਵਿੱਚ ਆਪਾਂ ਯੂਜ਼ ਕਰ ਲਿਆ। ਆਫਟਰ ਦੈਟ ਹੁਣ ਕੀ ਇਹਦਾ ਰੂਲ ਕੀ ਹੁੰਦਾ ਹੈ? ਸੋ ਪ੍ਰੈਜ਼ੈਂਟ ਇੰਡੈਫਿਨਿਟ ਟੈਂਸ ਦਾ ਰੂਲ ਹੁੰਦਾ ਹੈ ਸਬਜੈਕਟ ਵਰਬ ਦੀ ਫਸਟ ਫਾਰਮ ਨਾਲ ਐਸ ਔਰ ਈ ਐਸ ਪਲੱਸ ਆਬਜੈਕਟ। ਇਹ ਮੇਰਾ ਪ੍ਰੈਜ਼ੈਂਟ ਇੰਡੈਫਿਨਿਟ ਟੈਂਸ ਦਾ ਰੂਲ ਹੁੰਦਾ ਹੈ। ਸੋ ਨੈਕਸਟ ਹੈ ਕਿ ਹੁਣ ਇਹਦੇ ਵਿੱਚ ਐਸ ਔਰ ਈ ਐਸ ਯੂਜ਼ ਕਿੱਥੇ ਹੁੰਦਾ ਹੈ? ਐਸ ਔਰ ਈ ਐਸ ਜਿਹੜਾ ਵਾ ਸਿੰਗੂਲਰ ਦੇ ਨਾਲ ਯੂਜ਼ ਹੁੰਦਾ ਹੈ। ਸਿੰਗੂਲਰ ਜਿਵੇਂ ਕਿ ਹੀ, ਸ਼ੀ, ਇਟ ਤੇ ਕਿਸੇ ਵੀ ਪਰਸਨ ਦਾ ਨੇਮ ਸਿੰਗੂਲਰ ਦੇ ਨਾਲ ਤਾਂ ਯੂਜ਼ ਹੁੰਦਾ ਹੀ ਹੁੰਦਾ ਹੈ। ਪਲੱਸ ਜਿਹਨਾਂ ਸੈਂਟੈਂਸਿਸ ਦੇ ਵਿੱਚ ਸਿੰਗੂਲਰ ਦੇ ਵਿੱਚ ਓ, ਐਸ, ਸੀ ਐਚ, ਐਸ ਐਚ, ਐਕਸ ਤੇ ਜ਼ੈਡ ਲੱਗੇ। ਮਤਲਬ ਕਿ ਜਿਹਨਾਂ ਵਰਡਸ ਦੇ ਲਾਸਟ ਦੇ ਵਿੱਚ ਓ, ਐਸ, ਸੀ ਐਚ, ਐਸ ਐਚ, ਐਕਸ ਤੇ ਜ਼ੈਡ ਆਉਂਦਾ। ਜਿਵੇਂ ਕਿ ਹੁਣ ਫੋਰ ਐਗਜ਼ਾਮਪਲ ਰਾਮ ਸਕੂਲ ਜਾਂਦਾ ਹੈ। ਸਭ ਤੋਂ ਪਹਿਲਾਂ ਕੋਈ ਵੀ ਸੈਂਟੈਂਸ ਨੂੰ ਇੰਗਲਿਸ਼ ਵਿੱਚ ਕਨਵਰਟ ਕਰਨਾ ਹੈ। ਸੋ ਸਭ ਤੋਂ ਪਹਿਲਾਂ ਉਹਦੇ ਵਿੱਚੋਂ ਸਬਜੈਕਟ, ਆਬਜੈਕਟ ਤੇ ਵਰਬ ਫਾਈਂਡ ਕਰਨੀ ਆਉਣੀ ਚਾਹੀਦੀ ਹੈ। ਸਬਜੈਕਟ ਹੈਗਾ ਰਾਮ, ਮਤਲਬ ਕਿ ਕੰਮ ਕੌਣ ਕਰ ਰਿਹਾ ਹੈ। ਵਰਬ ਮਤਲਬ ਕਿ ਕੋਈ ਐਕਟੀਵਿਟੀ, ਕੋਈ ਮੂਵਮੈਂਟ ਹੋ ਰਿਹਾ। ਇਹਦੇ ਵਿੱਚ ਐਕਟੀਵਿਟੀ ਕੀ ਹੋ ਰਹੀ ਹੈ? ਜਾਂਦਾ ਹੈ। ਐਂਡ ਆਬਜੈਕਟ ਜੋ ਮਿਡ ਵਾਲਾ ਪਾਰਟ ਆਪਣਾ ਬਚ ਜਾਂਦਾ ਹੈ। ਸੋ ਮੈਂ ਆਪਣਾ ਸਬਜੈਕਟ ਆਬਜੈਕਟ ਫਾਈਂਡ ਕਰ ਲਿਆ। ਅਕੋਰਡਿੰਗ ਟੂ ਦਾ ਰੂਲ ਮੈਂ ਇਹਨੂੰ ਇੰਗਲਿਸ਼ ਵਿੱਚ ਕਨਵਰਟ ਕਰ ਦਾਂਗੀ। ਸਬਜੈਕਟ ਸਭ ਤੋਂ ਪਹਿਲਾਂ ਆਏਗਾ ਰਾਮ, ਵਰਬ ਦੀ ਫਸਟ ਫਾਰਮ ਗੋ। ਹੁਣ ਜਿਵੇਂ ਕਿ ਮੈਂ ਤੁਹਾਨੂੰ ਉੱਪਰ ਦੱਸ ਚੁੱਕੀ ਹਾਂ ਕਿ ਜਿਹਨਾਂ ਵਰਡਸ ਦੇ ਵਿੱਚ ਓ, ਐਸ ਐਚ, ਸੀ ਐਚ, ਐਸ, ਐਕਸ ਤੇ ਜ਼ੈਡ ਲੱਗਦਾ ਹੈ ਉੱਥੇ ਐਸ ਔਰ ਈ ਐਸ ਲੱਗੇਗਾ। ਸੋ ਇੱਥੇ ਕੀ ਲੱਗ ਗਿਆ? ਗੋਜ਼। ਰਾਮ ਗੋਜ਼ ਟੂ ਸਕੂਲ। ਹਮੇਸ਼ਾ ਰੂਲ ਦੇ ਅਕੋਰਡਿੰਗ ਸੈਂਟੈਂਸ ਨੂੰ ਚੇਂਜ ਕਰਿਓ। ਐਂਡ ਦੈਨ ਉਸ ਤੋਂ ਬਾਅਦ ਇਹਦੇ ਵਿੱਚ ਸੈਕਿੰਡ ਐਗਜ਼ਾਮਪਲ ਅਸੀਂ ਸਕੂਲ ਜਾਂਦੇ ਹਨ। ਅਸੀਂ ਸਕੂਲ ਜਾਂਦੇ ਹਨ, ਜਾਂਦੇ ਹਨ ਜਾਂ ਜਾਂਦੇ ਹਾਂ। ਸੋ ਇਹਦੇ ਵਿੱਚੋਂ ਸਬਜੈਕਟ ਆਬਜੈਕਟ ਫਾਈਂਡ ਕਰੋ। ਅਸੀਂ ਸਬਜੈਕਟ, ਜਾਂਦੇ ਹਾਂ ਵਰਬ, ਇਹ ਹੋ ਗਿਆ ਮੇਰਾ ਆਬਜੈਕਟ। ਸੋ ਹੁਣ ਇਹਦੇ ਵਿੱਚ ਕੀ ਹੈ? ਅਸੀਂ ਸਕੂਲ ਜਾਂਦੇ ਹਾਂ। ਅਸੀਂ ਮਤਲਬ ਵੀ ਜਾਂਦੇ, ਗੋ ਟੂ
we go to ठीक है। सो ਇਹਦੇ ਵਿੱਚ ਐਸ ਔਰ ਈ ਐਸ ਕਿਉਂ ਨਹੀਂ ਲੱਗਾ ਕਿਉਂਕਿ ਇਹ ਪਲੂਰਲ ਸੈਂਟੈਂਸ ਆ। ਇਹ ਕੀ ਸੀਗਾ ਸਿੰਗੂਲਰ ਤੇ ਸੈਕਿੰਡ ਵਾਲਾ ਸੀਗਾ ਪਲੂਰਲ। ਸੋ ਪਲੂਰਲ ਦੇ ਵਿੱਚ ਐਸ ਔਰ ਈ ਐਸ ਨਹੀਂ ਲੱਗਣਾ ਤਾਂ ਕਰਕੇ ਇੱਥੇ ਸਿਰਫ ਗੋ ਲੱਗਾ ਹੈ ਵਰਬ ਦੀ ਫਸਟ ਫਾਰਮ। ਇਹ ਸੀਗਾ ਆਪਣਾ ਇੰਡੈਫਿਨਿਟ ਟੈਂਸ। ਨੈਕਸਟ ਹੁਣ ਆਪਾਂ ਕਰਾਂਗੇ ਨੈਗੇਟਿਵ। ਜਦੋਂ ਹੁਣ ਆਪਾਂ ਸੈਂਟੈਂਸ ਦੇ ਵਿੱਚ ਨੋਟ ਲਗਾਉਣਾ ਕਿ ਮੈਂ ਇਹ ਕੰਮ ਨਹੀਂ ਕਰਦੀ, ਮੈਂ ਇਹ ਕੰਮ ਨਹੀਂ ਕਰਦਾ, ਮੈਂ ਸਕੂਲ ਨਹੀਂ ਜਾਂਦਾ, ਉੱਥੇ ਆਪਾਂ ਨੋਟ ਲਗਾ ਕੇ ਕਿੱਦਾਂ ਸੈਂਟੈਂਸ ਬਣਾ ਸਕਦੇ ਹਾਂ। ਨੈਗੇਟਿਵ ਦੇ ਵਿੱਚ ਰੂਲ ਹੁੰਦਾ ਹੈ ਸਬਜੈਕਟ ਡੂ ਡਜ਼ ਨੋਟ ਵਰਬ ਦੀ ਫਸਟ ਫਾਰਮ ਨਾਲ ਆਬਜੈਕਟ। ਇਹ ਮੇਰਾ ਹੋ ਗਿਆ ਨੈਗੇਟਿਵ ਦਾ ਰੂਲ। ਸੋ ਹੁਣ ਇਹਦੇ ਵਿੱਚ ਮੇਰਾ ਮੇਨ ਹੈ ਕਿ ਡੂ ਡਜ਼ ਯੂਜ਼ ਕਿੱਥੇ ਹੁੰਦਾ ਹੈ। ਸੋ ਜਿਹੜਾ ਡੂ ਡਜ਼ ਹੈ ਯੂਜ਼ ਹੁੰਦਾ, ਜਿਹੜਾ ਡੂ ਹੈ ਉਹ ਪਲੂਰਲ ਦੇ ਨਾਲ ਯੂਜ਼ ਹੋਏਗਾ ਅਤੇ ਜਿਹੜਾ ਡਜ਼ ਹੈ ਉਹ ਸਿੰਗੂਲਰ ਦੇ ਨਾਲ। ਪਲੂਰਲ ਮੀਨਸ ਕਿ ਆਈ, ਵੀ, ਯੂ ਤੇ ਦੇ ਨਾਲ। ਡਜ਼ ਸਿੰਗੂਲਰ ਹੀ, ਸ਼ੀ, ਇਟ ਤੇ ਕਿਸੇ ਵੀ ਨੇਮ ਦੇ ਨਾਲ। ਇਹ ਚੀਜ਼ ਹੋ ਗਈ। ਨੈਗੇਟਿਵ ਦੇ ਵਿੱਚ ਜਦੋਂ ਵੀ ਤੁਸੀਂ ਨੋਟ ਲਗਾਉਣਾ ਹਮੇਸ਼ਾ ਥਰਡ ਨੰਬਰ 'ਤੇ ਆਏਗਾ, ਕਦੇ ਵੀ ਸੈਕਿੰਡ 'ਤੇ, ਥਰਡ, ਫੋਰਥ 'ਤੇ ਨਹੀਂ ਆਏਗਾ। ਰਾਮ ਸਬਜੈਕਟ, ਜਾਂਦਾ ਵਰਬ ਕੀ ਹੋ ਰਹੀ ਹੈ, ਇਹ ਹੋ ਗਿਆ ਆਬਜੈਕਟ ਪਲੱਸ ਨੋਟ। ਸੋ ਹੁਣ ਮੈਂ ਸੈਂਟੈਂਸ ਨੂੰ ਚੇਂਜ ਕਰਾਂਗੀ ਅਕੋਰਡਿੰਗ ਟੂ ਦਾ ਰੂਲ। ਸੇਮ ਜਿੱਦਾਂ ਹੁਣ ਰੂਲ ਦੇ ਵਿੱਚ ਲਿਖਿਆ ਨੇ ਉਸੇ ਤਰ੍ਹਾਂ। ਰਾਮ ਸਬਜੈਕਟ ਡੂ ਡਜ਼। ਰਾਮ ਕੀ ਇੱਕ ਸਿੰਗੂਲਰ ਪਰਸਨ ਹੈ, ਸੋ ਇੱਥੇ ਕੀ ਆ ਗਿਆ ਡਜ਼, ਥਰਡ ਨੰਬਰ 'ਤੇ ਨੋਟ, ਵਰਬ ਦੀ ਫਸਟ ਫਾਰਮ। ਗੋ ਟੂ ਸਕੂਲ। ਸੋ ਹੁਣ ਜਿੱਦਾਂ ਕਿ ਆਪਾਂ ਇਹ ਵਾਲਾ ਐਗਜ਼ਾਮਪਲ ਸੀ ਕਿ ਅਸੀਂ ਸਕੂਲ ਜਾਂਦੇ ਹਾਂ, ਅਸੀਂ ਸਕੂਲ ਨਹੀਂ ਜਾਂਦੇ ਹਾਂ, ਅਸੀਂ ਸਕੂਲ ਨਹੀਂ ਜਾਂਦੇ ਹਾਂ। ਸੋ ਇਹਦੇ ਵਿੱਚੋਂ ਸਬਜੈਕਟ ਆਬਜੈਕਟ ਫਾਈਂਡ ਕਰੋ। ਆਫਟਰ ਦੈਟ ਤੁਸੀਂ ਉਹਨੂੰ ਉਹਦੇ ਵਿੱਚ ਚੇਂਜ ਕਰੋ ਵਰਬ ਤੇ ਆਬਜੈਕਟ। ਸੋ ਸੈਂਟੈਂਸ ਕੀ ਹੋ ਗਿਆ ਇਹਦੇ ਵਿੱਚ ਹੁਣ ਜਿੱਦਾਂ ਵੀ ਮਤਲਬ ਕਿ ਪਲੂਰਲ ਵਾਲਾ ਸੈਂਟੈਂਸ ਆ ਗਿਆ, ਜ਼ਿਆਦਾ ਦੀ ਗੱਲ ਕਰ ਰਿਹਾ। ਸੋ ਇੱਥੇ ਵੀ ਲੱਗੇਗਾ ਡੂ ਨਾਟ ਗੋ ਟੂ ਸਕੂਲ। ਸੋ ਇਹ ਹੈਗਾ ਆਪਣਾ ਨੈਗੇਟਿਵ ਸੈਂਟੈਂਸ। ਸਭ ਤੋਂ ਪਹਿਲਾਂ ਇਹਦੇ ਵਿੱਚ ਤੁਹਾਨੂੰ ਡੂ ਡਜ਼ ਦਾ ਪਤਾ ਹੋਣਾ ਚਾਹੀਦਾ ਕਿ ਡੂ ਡਜ਼ ਕਿੱਥੇ ਲੱਗੇਗਾ, ਫਿਰ ਉਸ ਤੋਂ ਬਾਅਦ ਰੂਲ ਦੇ ਅਕੋਰਡਿੰਗ ਉਹਨੂੰ ਚੇਂਜ ਕਰ ਦੇਣਾ, ਹਮੇਸ਼ਾ ਥਰਡ ਨੰਬਰ 'ਤੇ ਨੋਟ। ਨੈਕਸਟ ਹੈਗਾ ਇੰਟੈਰੋਗੇਟਿਵ ਸੈਂਟੈਂਸ। ਇੰਟੈਰੋਗੇਟਿਵ ਸੈਂਟੈਂਸ ਮੀਨਸ ਕਿ ਜਦੋਂ ਤੁਸੀਂ ਕਿਸੇ ਵੀ ਤੁਸੀਂ ਪ੍ਰੈਜ਼ੈਂਟ ਦੇ ਵਿੱਚ ਕੋਈ ਵੀ ਕੁਐਸਚਨਿੰਗ ਪੁੱਟ ਕਰਨੀ ਹੈ। ਜਿਵੇਂ ਕਿ ਡੂ ਡਜ਼, ਫਿਰ ਜਿਹੜਾ ਤੁਹਾਡੀ ਨੈਗੇਟਿਵ ਦੇ ਵਿੱਚ ਹੈਲਪਿੰਗ ਵਰਬ ਸੈਕਿੰਡ ਨੰਬਰ 'ਤੇ ਸੀਗੀ ਉਹ ਇੰਟੈਰੋਗੇਟਿਵ ਦੇ ਵਿੱਚ ਫਸਟ ਨੰਬਰ 'ਤੇ ਆ ਜਾਣੀ ਹੈ। ਡੂ ਡਜ਼ ਸਬਜੈਕਟ, ਫਿਰ ਉਸ ਤੋਂ ਬਾਅਦ ਵਰਬ ਦੀ ਫਸਟ ਫਾਰਮ ਨਾਲ ਆਬਜੈਕਟ। ਅਤੇ ਇਹਦੇ ਵਿੱਚ ਕੁਐਸਚਨ ਮਾਰਕ ਆਉਣਾ ਹੀ ਆਉਣਾ ਹਮੇਸ਼ਾ ਹਰ ਸੈਂਟੈਂਸ ਵਿੱਚ। ਸੋ ਇਹਦੇ ਵਿੱਚ ਡੂ ਡਜ਼ ਜਿਵੇਂ ਕਿ ਡੂ ਲੱਗੇਗਾ ਪਲੂਰਲ ਦੇ ਨਾਲ, ਡਜ਼ ਲੱਗੇਗਾ ਸਿੰਗੂਲਰ ਦੇ ਨਾਲ, ਸਬਜੈਕਟ ਫਿਰ ਵਰਬ ਦੀ ਫਸਟ ਫਾਰਮ ਨਾਲ ਆਬਜੈਕਟ। ਨੈਕਸਟ ਇਹਦੇ ਵਿੱਚ ਉਹੀ ਸੈਂਟੈਂਸ ਕਿ ਰਾਮ ਸਕੂਲ ਜਾਂਦਾ ਹੈ, ਕਿ ਰਾਮ ਸਕੂਲ ਜਾਂਦਾ ਹੈ। ਸੇਮ ਇਹੀ ਵਾਲਾ ਸੈਂਟੈਂਸ ਡਜ਼ ਸਟਾਰਟਿੰਗ 'ਚ ਆ ਜਾਏਗਾ ਅਤੇ ਬਾਕੀ ਸੈਂਟੈਂਸ ਸਾਰਾ ਐਜ਼ ਇਟ ਇਜ਼। ਡਜ਼ ਰਾਮ ਗੋ ਟੂ ਸਕੂਲ। ਅਗਰ ਆਪਾਂ ਦੇਖਦੇ ਹਾਂ ਅਸੀਂ ਸਕੂਲ ਨਹੀਂ ਜਾਂਦੇ ਹਾਂ,
कि ਅਸੀਂ ਸਕੂਲ नहीं ਕਿ ਅਸੀਂ ਸਕੂਲ ਨਹੀਂ ਜਾਂਦੇ ਹਾਂ। Do we go to school? ਇਹ ਹੋ ਗਿਆ ਆਪਣਾ ਇੰਟਰੋਗੇਟਿਵ ਸੈਂਟੈਂਸ। ਇਹਦੇ ਵਿੱਚ ਜਦੋਂ ਵੀ ਤੁਸੀਂ ਕੋਈ ਵੀ ਕੁਐਸਚਨ ਪੁੱਛਣਾ ਡੂ ਡਸ ਫਰੰਟ 'ਤੇ ਆ ਜਾਏਗਾ, ਬਾਕੀ ਸਾਰਾ ਰੂਲ ਐਜ਼ ਇਟ ਇਜ਼ ਰਹਿ ਜਾਏਗਾ। ਐਂਡ ਨੈਕਸਟ ਹੈਗਾ ਨੈਗੇਟਿਵ ਇੰਟਰੋਗੇਟਿਵ। ਨੈਗੇਟਿਵ ਇੰਟਰੋਗੇਟਿਵ ਦੇ ਵਿੱਚ ਵੀ ਰੂਲ ਸਾਰਾ ਸੇਮ ਰਹੇਗਾ, ਜਸਟ ਥਰਡ ਨੰਬਰ 'ਤੇ ਨੋਟ ਲੱਗ ਜਾਏਗਾ, ਉਹ ਬਾਕੀ ਸਾਰਾ ਰੂਲ ਐਜ਼ ਇਟ ਇਜ਼ ਰਹੇਗਾ। ਇੱਥੇ ਲੱਗ ਗਿਆ ਡੂ ਡਜ਼ ਸਟਾਰਟਿੰਗ 'ਚ, ਜਿੱਦਾਂ ਕਿ ਆਪਾਂ ਇੰਟਰੋਗੇਟਿਵਸ ਲਗਾਇਆ, ਫਿਰ ਉਸ ਤੋਂ ਬਾਅਦ ਸਬਜੈਕਟ, ਜਿੱਦਾਂ ਕਿ ਮੈਂ ਤੁਹਾਨੂੰ ਕਹਿ ਕੇ ਹਟੀ ਸੀ ਕਿ ਥਰਡ ਨੰਬਰ 'ਤੇ ਹੀ ਨੋਟ ਲੱਗਣਾ ਹੈ, ਥਰਡ 'ਤੇ ਨੋਟ। ਫਿਰ ਉਸ ਤੋਂ ਬਾਅਦ ਵਰਬ ਦੀ ਫਸਟ ਫਾਰਮ, ਆਬਜੈਕਟ ਅਤੇ ਕੁਐਸਚਨ ਮਾਰਕ। ਇਹ ਆਪਣਾ ਰੂਲ ਹੋ ਗਿਆ। ਆਫਟਰ ਦੈਟ ਹੁਣ ਤੁਸੀਂ ਐਗਜ਼ਾਮਪਲਸ ਜਦੋਂ ਸੋਲਵ ਕਰਨੀ ਹੈ ਸੇਮ ਇੰਟਰੋਗੇਟਿਵ ਵਾਲੀ, ਜਿਵੇਂ ਕਿ ਉਹਦੇ 'ਚ ਥਰਡ ਨੰਬਰ 'ਤੇ ਨੋਟ ਲੱਗ ਜਾਏਗਾ, ਮੀਨਸ ਕਿ ਨੋਟ ਲੱਗ ਜਾਏਗਾ ਕਿ ਰਾਮ ਸਕੂਲ नहीं जाता है। Does Ram not go to school? अगर मैं ये वाली देखा कि ऐसे स्कूल कि ऐसे स्कूल जाते हाँ, do we not go to school? ਸੋ ਇਹ ਸੀਗਾ ਆਪਣਾ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ। ਜਦੋਂ ਵੀ ਤੁਸੀਂ ਇਹ ਟੌਪਿਕ ਨੂੰ ਖੁਦ ਡਿਟੇਲ ਦੇ ਵਿੱਚ ਕਰੋਗੇ, ਟਰਾਈ ਕਰਿਓ ਕਿ ਐਗਜ਼ਾਮਪਲ ਸੋਲਵ ਕਰੋ ਤਾਂ ਕਿ ਤੁਹਾਨੂੰ ਹੋਰ ਡਿਟੇਲ ਦੇ ਵਿੱਚ ਜ਼ਿਆਦਾ ਕਲੀਅਰ ਹੋ ਜਾਵੇ। ਜੇ ਤੁਸੀਂ ਐਗਜ਼ਾਮਪਲ ਸੋਲਵ ਕਰੋਗੇ ਉਹਦੇ ਨਾਲ ਕੀ ਤੁਹਾਨੂੰ ਰੂਲਸ ਤਾਂ ਕਲੀਅਰ ਹੋਣਗੇ, ਉਹਦੇ 'ਚ ਡਾਊਟਸ ਵੀ ਹੋਣਗੇ, ਅਤੇ ਡਾਊਟਸ ਹੋਣਗੇ ਤਾਂ ਫਿਰ ਤੁਸੀਂ ਅੱਗੇ ਚੰਗੀ ਤਰ੍ਹਾਂ ਕਰੋਗੇ। ਐਂਡ ਐਗਜ਼ਾਮਪਲ ਸੋਲਵ ਕਰਿਓ, ਐਗਜ਼ਾਮਪਲਸ ਚੰਗੀ ਤਰ੍ਹਾਂ ਸੋਲਵ ਕਰੋਗੇ ਤੁਹਾਨੂੰ ਕਲੀਅਰ ਵੀ ਹੋਏਗਾ ਕਿ ਹਾਂ ਤੁਸੀਂ ਰੂਲ ਨੂੰ ਕਿੱਦਾਂ ਚੇਂਜ ਕਰਨਾ ਹੈ, ਰੂਲ ਨੂੰ ਇੰਗਲਿਸ਼ ਯੂਜ਼ ਕਰਕੇ ਕਿੱਦਾਂ ਇੰਗਲਿਸ਼ ਦੇ ਵਿੱਚ ਉਹਨੂੰ ਕਨਵਰਟ ਕਰਨਾ ਹੈ ਸੈਂਟੈਂਸ ਨੂੰ। ਸੋ ਨੈਕਸਟ ਟੈਂਸ ਕਰਾਂਗੇ ਆਪਾਂ ਪਾਸਟ ਇੰਡੈਫੀਨਿਟ ਟੈਂਸ। ਪਾਸਟ ਇੰਡੈਫੀਨਿਟ ਟੈਂਸ ਦੀ ਡੈਫੀਨੇਸ਼ਨ ਕੀ ਹੁੰਦੀ ਹੈ, ਇਹਨੂੰ ਆਪਾਂ ਸਿੰਪਲ ਪਾਸਟ ਵੀ ਕਹਿ ਦਿੰਦੇ ਹਾਂ ਕਿ ਜਿਹੜਾ ਕਿ ਐਜ਼ ਇਟ ਡਿਸਕ੍ਰਾਈਬਸ ਐਕਸ਼ਨ ਦੈਟ ਵਰ ਕੰਪਲੀਟਡ ਇਨ ਦ ਪਾਸਟ ਐਟ ਅ ਸਪੈਸੀਫਿਕ ਟਾਈਮ or over a period of time that is now finished. So ਇਹਦੀ ਪਹਿਚਾਣ ਹੁੰਦੀ ਹੈ ਦਾ ਸੀ, ਦੀ ਸੀ, ਦੇ ਸਨ, ਦੀਆਂ ਸਨ, ਆ, ਏ, ਈ। ਸੋ ਜਿਵੇਂ ਕਿ ਦਾਸ ਜਿੱਦਾਂ ਕਿ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਦੇ ਵਿੱਚ ਦਾ ਹੈ, ਦੀ ਹੈ, ਦੀਆਂ ਹਨ ਲਗਾਉਂਦੇ ਆ, ਹਨ ਲਗਾਉਂਦੇ, ਹੈ ਲਗਾਉਂਦੇ ਆ, ਇਹਦੇ ਵਿੱਚ ਦਾ ਸੀ, ਦੀ ਸਨ ਇੱਦਾਂ ਦੇ ਲੱਗਦੇ ਨੇ। ਫੋਰ ਐਗਜ਼ਾਮਪਲ ਰਾਮ ਸਕੂਲ ਜਾਂਦਾ ਸੀ, ਗੀਤਾ ਸਕੂਲ ਜਾਂਦੀ ਸੀ, ਬੱਚੇ ਸਕੂਲ ਜਾਂਦੇ, ਕੁੜੀਆਂ ਖਾਣਾ ਖਾਂਦੀਆਂ ਹਨ। ਸੋ ਇੱਕ ਚੀਜ਼ ਹੋਰ ਮੈਂ ਤੁਹਾਨੂੰ ਕਲੀਅਰ ਕਰਨੀ ਸੀ, ਜਿਵੇਂ ਕਿ ਮੈਂ ਹੁਣ ਇਹਦੇ ਵਿੱਚ ਆਪਣਾ ਸਬਜੈਕਟ ਹੈਗਾ ਹੀ, ਸ਼ੀ, ਇਟ, ਹੀ, ਸ਼ੀ। ਸੋ ਜਿਵੇਂ ਕਿ ਉਹਨੂੰ ਆਪਾਂ ਪੰਜਾਬੀ 'ਚ ਉਹ ਕਹਿੰਦੇ ਹਾਂ, ਦੇ ਨੂੰ ਵੀ ਆਪਾਂ ਪੰਜਾਬੀ 'ਚ ਉਹ ਕਹਿੰਦੇ, ਜਿਵੇਂ ਕਿ ਪਿਛਲੇ ਵੀਡੀਓ ਦੇ ਵਿੱਚ ਕਲੀਅਰ ਕੀਤਾ ਹੀ ਹੈ ਵੈਸੇ। ਜਿਵੇਂ ਕਿ ਹੁਣ ਮੈਂ ਇੱਥੇ ਉਹ ਲਗਾਉਣਾ, ਮੈਂ ਕਿਸੇ ਪਰਸਨ ਦਾ ਨਾਮ ਨਾ ਯੂਜ਼ ਕਰਾਂ, ਉਹਦੀ ਜਗ੍ਹਾ ਮੈਂ ਉਹਨੂੰ ਉਹ ਲਿਖ ਦੇਵਾਂ, ਉਹ ਸਕੂਲ ਜਾਂਦਾ ਸੀ। ਸੋ ਕਿਸੇ ਪਰਸਨ ਦਾ ਨਾਮ ਨਾ ਯੂਜ਼ ਕਰਕੇ ਉਹਦੀ ਜਗ੍ਹਾ ਉਹ ਯੂਜ਼ ਕਰਨਾ, ਮਤਲਬ ਕਿ ਉੱਥੇ ਮੈਂ ਹੀ ਯੂਜ਼ ਕਰ ਸਕਦੀ ਹਾਂ। ਅਗਰ ਤੁਹਾਡਾ ਪਰਸਨ ਦਾ ਨੇਮ ਹੈਗਾ ਹੀ ਹੈ, ਫਿਰ ਤੁਸੀਂ ਉਹਦਾ ਪਰਸਨ ਦਾ ਨੇਮ ਯੂਜ਼ ਕਰ ਦਿਓ। ਸੈਕਿੰਡ ਥਿੰਗ ਕੀ ਹੈ, ਇਹਦੇ ਵਿੱਚ ਆ, ਏ, ਈ ਲੱਗਾ ਹੋਇਆ। ਆ ਮਤਲਬ ਰਾਮ ਸਕੂਲ ਜਾਂਦਾ ਸੀ ਜਗ੍ਹਾ ਤੁਸੀਂ ਸਿਰਫ ਗਿਆ। ਜਿਵੇਂ ਕਿ ਜਾਂਦੀ, ਦੀ ਸੀ, ਦੀ ਸੀ ਤਾਂ ਆਈ ਗਿਆ,
हुण ई गई, जांदी सी की जगह गई, जांदे सन, खांदियां सन, जांदे सन मतलब कि ये भी लिख सकती हैं, बच्चे स्कूल गए, बच्चे स्कूल गए, जांदे सन की जगह मैं सिर्फ गए यूज कर दिता, ये भी अपना पास्ट इंडेफिनिट टेंस विच ही यूज होता है। कुड़ियां खाना खांदियां सन, जिवें कि कुड़ियां खाना खांदियां सन, ये सीगा अपनी इहदी पहचान भी सी। सो नैक्सट टेंस आप करांगे प्रेजेंट इंडेफिनिट, जिद्दां कि सब तो पहला आप एग्जांपल्स कीतियां सी कि मतलब देखिया सी यूज किवें किद्दां किद्दां एग्जांपल्स बन जाते हैं, जिवें कि दा सी, दी सी, दे सन, आ, ए, ई। सो हुण मैं तुहानूं दस्सांगी कि रूल नूं यूज करके तुसीं पंजाबी वाले सेंटेंस नूं किद्दां इंग्लिश च कन्वर्ट कर सकते हो। सो सब तो पहला इहदे विच रूल आंदा है सबजैक्ट वर्ब दी सैकेंड फॉर्म प्लस ऑब्जेक्ट। ये तुहाडा जिहड़ा सिंपल दे विच लगेगा, मीनस कि पास्ट इंडेफिनिट दा जिहड़ा टेंस है ਉਹਦੇ ਵਿੱਚ सब्जेक्ट वर्ब दी सैकेंड फॉर्म नाल ऑब्जेक्ट लगेगा। सो फॉर एग्जांपल मेरी ही सीगी राम स्कूल जांदा सी, ये मेरी एग्जांपल होगी। सो ਇਹਦੇ ਵਿੱਚ ਹੁਣ मैं सब तो पहला तो अपना सब्जेक्ट फाइंड करांगी, फिर उस तो बाद वर्ब ते ऑब्जेक्ट। सब्जेक्ट की होगा मेरा राम, क्योंकि सब्जेक्ट का मतलब होंगे कि जो परसन काम कर रहा है, ये की है राम स्कूल जाता सी, सब्जेक्ट की हो गया राम, क्योंकि काम एक्टिविटी कौन कर रहा है, राम। एक्टिविटी हो की रही है, जाता सी। सो जो मिड वाला सेंटेंस बचा वो मेरा की हो गया ऑब्जेक्ट। सो मैं अपना हम रूल के अकॉर्डिंग सब्जेक्ट ऑब्जेक्ट फाइंड करता, रूल के अकॉर्डिंग मैं चेंज लिख दांगी, मतलब इंग्लिश च कन्वर्ट कर दांगी। सब्जेक्ट राम, वर्ब दी सेकंड फॉर्म जांदा, गो, वेंट, गॉन। राम वेंट टू स्कूल, ये मेरा रूल हो गया। आफ्टर दैट हुण जदों मैं नेगेटिव सेंटेंस करना है, जदों तुसीं नेगेटिव सेंटेंस करना है, नेगेटिव दे विच रूल की हुंदा है, ਇਹਦੇ ਵਿੱਚ ਤਾਂ ਆਪਾਂ वर्ब ਦੀ ਸੈਕਿੰਡ ਫਾਰਮ ਲਗਾਤੀ, ਜਿੱਦਾਂ ਕਿ ਮੈਂ ਆਪਾਂ ਪਹਿਲਾਂ ਕਰ ਚੁੱਕੇ ਆ ਪ੍ਰੈਜ਼ੈਂਟ ਇੰਡੈਫਿਨਿਟ ਦੇ ਵਿੱਚ ਜਦੋਂ ਨੈਗੇਟਿਵ ਕਰਦੇ ਆ ਡੂ ਡਜ਼ ਲਗਾਉਂਦੇ ਆ, ਇਹਦੇ ਵਿੱਚ ਪਾਸਟ ਵਿੱਚ ਸਿਰਫ ਸਬਜੈਕਟ ਡਿਡ ਤੇ ਅਕੋਰਡਿੰਗ ਟੂ ਦਾ ਰੂਲਸ, ਥਰਡ ਨੰਬਰ ਤੇ ਨਾਟ, ਇਹਦੇ ਵਿੱਚ वर्ब ਦੀ ਫਰਸਟ ਫਾਰਮ ਨਾਲ ਆਬਜੈਕਟ ਲੱਗੇਗਾ। ਇਹ ਮੇਰਾ ਰੂਲ ਹੋ ਗਿਆ ਨੈਗੇਟਿਵ ਦਾ। ਸੋ ਇਹਦੇ ਵਿੱਚ ਕੀ ਹੈ, ਹੁਣ ਤੁਸੀਂ ਐਗਜ਼ਾਮਪਲ ਆਪਣੀ ਹੋ ਗਈ ਰਾਮ ਸਕੂਲ नहीं जाता सी, ठीक है। सेम ये मैं सब्जेक्ट ऑब्जेक्ट फाइंड करांगी, ये होगा मेरा नॉट। सो मैंने अकॉर्डिंग टू द रूल इनू चेंज कर दांगी, जिवें कि सब्जेक्ट राम, सेकंड नंबर ते डेड, थर्ड ते नॉट, वर्ब दी फर्स्ट फॉर्म गो टू स्कूल। ये मेरा हो गया नेगेटिव दा सेंटेंस। अगर मैं ਉਹਦੇ ਵਿੱਚ सेंटेंस एक होर ऐड ऑन कर एग्जांपल ऐड ऑन कर लेनी आ, ਅਸੀਂ स्कूल ਜਾਂਦੇ ਸੀ, सॉरी ਅਸੀਂ स्कूल नहीं जाते सी, ਅਸੀਂ की हो गया सब्जेक्ट, ਜਾਂਦੇ ਸੀ वर्ब, स्कूल की हो गया ऑब्जेक्ट ते नॉट नहीं। सो रूल के अकॉर्डिंग की होगा चेंज, ऐसी मतलब हुई डिड नॉट गो टू स्कूल। एक चीज का ध्यान रखना कि जो आप प्रेजेंट इंडेफिनिट के विच नेगेटिव सेंटेंस करते हैं वो डू डज लगता वा, जो डू है वो प्लूरल के नाल लगेगा, डज जो सिंगुलर के नाल। बट जो पास्ट इंडेफिनिट करते हैं, पास्ट इंडेफिनिट दे विच नेगेटिव दे विच हमेशा डिड लगेगा, कोई भी सब्जेक्ट आ जाए हमेशा डिड ही यूज होगा। नेक्स्ट इंटरोगेटिव,
ਇੰਟਰੋਗੇਟਿਵ ਦੇ ਵਿੱਚ ਕੀ ਰੂਲ ਹੋ ਜਾਏਗਾ, ਜਿਹੜਾ ਆਪਣਾ ਇੰਟਰੋਗੇਟਿਵ ਦਾ ਮਤਲਬ ਹੁੰਦਾ ਕਿ ਜੋ ਆਪਾਂ ਕੁਐਸਚਨ ਪੁੱਟ ਕਰ ਰਿਹਾ, ਕੁਐਸਚਨਿੰਗ ਪੁੱਟ ਕਰਨਾ, ਮਤਲਬ ਕਿ ਜੋ ਆਪਣੀ ਹੈਲਪਿੰਗ ਵਰਬ ਹੈ ਉਹ ਫਸਟ ਨੰਬਰ ਤੇ ਆ ਜਾਏਗੀ, ਡਿਡ ਸਬਜੈਕਟ ਵਰਬ ਦੀ ਫਸਟ ਫਾਰਮ प्लस ऑब्जेक्ट ते प्लस क्वेश्चन मार्क, ये मेरा रूल हो गया। सो हुण मैं अकॉर्डिंग टू द सेंटेंस उन्होंने एग्जाम्पल की हो गया कि राम स्कूल जांदा सी, सेंटेंस नूं चेंज कर दांगी जिवें कि डिड राम गो टू स्कूल, ये मेरी एग्जाम्पल होगी। डिड सब्जेक्ट वर्ब दी फर्स्ट फॉर्म नाल ऑब्जेक्ट प्लस क्वेश्चन मार्क, कि राम स्कूल जांदा सी, डिड राम गो टू स्कूल। सिर्फ प्रेजेंट इंडेफिनिट दा जिहड़ा सिंपल सेंटेंस है उहदे च वर्ब दी सेकंड फॉर्म लगेगी, बाकी हर जगह वर्ब दी फर्स्ट फॉर्म लगनी है। नेक्स्ट है नेगेटिव इंटरोगेटिव। नेगेटिव इंटरोगेटिव दे विच रूल की होएगा, सेम इंटरोगेटिव की तरह हेल्पिंग वर्ब हमेशा अपनी फर्स्ट नंबर पे आएगी जदों इंटरोगेटिव करना है। सब्जेक्ट थर्ड दे नॉट वर्ब दी फर्स्ट फॉर्म प्लस ऑब्जेक्ट एंड लास्ट है क्वेश्चन मार्क, कि राम स्कूल नहीं जांदा सी, डिड राम नॉट गो टू स्कूल। ये होगी मेरी एग्जाम्पल। सो ये सीगा अपना पास्ट इंडेफिनिट टेंस। सो हुण जिवें कि मैं तुहानूं एक बार दोबारा क्लीयर कर देनी हाँ, पास्ट इंडेफिनिट टेंस की हुंदा है जदों आपां कोई भी काम पास्ट विच कंप्लीट कर चुके हैं। ए दी पहचान दा सी, डी सी, दे सन, आ, ए, ई। सो ये मैं रिलेटेड तुहानूं एग्जाम्पल्स पहला दस चुकी हूँ। सो तुसीं एक बार सारियां जिहड़ी एग्जाम्पल्स मैं तुहानूं लिखवाइयां सी ना, तुसीं सारियां एक बार सॉल्व करोगे तुहानूं ज़्यादा बैटर क्लीयर होएगा एंड तुहानूं तुहाडी प्रिपरेशन भी मिलेगी एंड तुहानूं क्लीयर भी होएगा कि हाँ वो टेंस नूं रूल नूं किद्दां यूज करना है। एंड सब तो पहला सिंपल दे विच अपना रूल की है, सब्जेक्ट वर्ब दी सेकंड फॉर्म नाल ऑब्जेक्ट। सो रूल दे अकॉर्डिंग मैं सेंटेंस नूं चेंज कर दित्ता, राम वेंट टू स्कूल, हमेशा सिंपल दे विच वर्ब दी सेकंड फॉर्म यूज होएगी। दैन उस तो बाद नेगेटिव सेंटेंस, नेगेटिव दे विच रूल की सीगा, सब्जेक्ट डिड नॉट वर्ब दी सेकंड वर्ब दी फर्स्ट फॉर्म नाल ऑब्जेक्ट। ये मेरा रूल हो गया। राम स्कूल नहीं जाता सी, पंजाबी वाले सेंटेंस में इंग्लिश कन्वर्ट किया, राम डिड नॉट गो टू स्कूल। सो इसे ही तरह मेरा इंटरोगेटिव सेंटेंस है, डिड सब्जेक्ट वर्ब दी फर्स्ट फॉर्म नाल ऑब्जेक्ट प्लस क्वेश्चन मार्क, कि राम स्कूल जाता सी, डिड राम गो टू स्कूल। नेगेटिव इंटरोगेटिव, डिड सब्जेक्ट नॉट वर्ब दी फर्स्ट फॉर्म नाल ऑब्जेक्ट लास्ट से क्वेश्चन मार्क, कि राम स्कूल नहीं जाता सी, डिड राम नॉट गो टू स्कूल। सिंपल इन्ना याद रखना, जी नेगेटिव अपनी हेल्पिंग वर्ब सेकंड नंबर पे आ गई सी, इंटरोगेटिव ते नेगेटिव इंटरोगेटिव फर्स्ट पे आए नहीं, नेगेटिव इंटरोगेटिव थोड़ा चेंज आया, थर्ड नंबर पे नॉट लग जाएगा, बाकी सारा रूल चेंज आएगा। रूल्स लर्न कर लोगे तो सारे एग्जाम्पल ईजिली कर सकते हो, कोई भी सेंटेंस ईजिली चेंज कर सकते हो। सो नैक्सट टेंस करांगे आप फ्यूचर इंडेफिनिट टेंस। फ्यूचर इंडेफिनिट टेंस दे विच की हुंदा वा, जो आप फ्यूचर दे विच काम कंप्लीट करांगे। सो इहदी पहचान हुंदी है गा, गे, गी, इहदी पहचान होगी। सो इहदे च एग्जाम्पल्स जिवें कि राम स्कूल जावेगा, गीता खाना खावेगी, बच्चे स्कूल पढ़नगे। ये हो गया एग्जाम्पल्स। सो जिवें कि मैं तुहानूं गा, गे, गी दस्सिया, गा भी यूज हो गया, गी भी यूज हो गया ते गे भी, ये अपनी हो गया एग्जाम्पल्स। सो हुण नैक्सट आप यूज करांगे, इहदा नैक्सट देखांगे कि इहदा रूल की हुंदा है। रूल हुंदा है सब्जेक्ट
फ्यूचर ਦੇ ਵਿੱਚ ਤੁਸੀਂ ਕੋਈ ਵੀ ਸੈਂਟੈਂਸ ਕਰਨਾ ਹੈ ਤਾਂ ਹਮੇਸ਼ਾ ਉੱਥੇ will ਲੱਗੇਗਾ। ਸਬਜੈਕਟ will verb ਦੀ ਫਰਸਟ ਫਾਰਮ ਨਾਲ object and question mark। ਇਹ ਮੇਰਾ ਸਿੰਪਲ ਦਾ ਰੂਲ ਹੋ ਗਿਆ। ਸੋ ਇੱਕ ਚੀਜ਼ ਇਹਦੇ ਵਿੱਚ ਹੋਰ ਯੂਜ਼ ਹੁੰਦੀ ਹੈ will and shall। will ਜਿਹੜਾ ਤੁਸੀਂ ਹਰ ਇੱਕ ਦੇ ਨਾਲ ਯੂਜ਼ ਕਰ ਸਕਦੇ ਹੋ, ਮਤਲਬ ਕਿ ਹਰ ਇੱਕ ਸਬਜੈਕਟ ਦੇ ਨਾਲ। shall ਜਿਹੜਾ ਵਾ ਇਹ ਸਿਰਫ I ਤੇ we ਦੇ ਨਾਲ ਯੂਜ਼ ਹੋਏਗਾ। ਇਹ ਸਿੰਗੂਲਰ ਤੇ ਪਲੂਰਲ ਦੋਨੋਂ ਦੇ ਨਾਲ ਹੋ ਜਾਂਦਾ ਹੈ। ਠੀਕ ਹੈ। ਸੋ ਹੁਣ ਮੈਂ ਇੱਥੇ ਵੈਸੇ ਮੋਸਟਲੀ ਹੁਣ ਜ਼ਿਆਦਾ will ਯੂਜ਼ ਕਰਦੇ ਹਾਂ, shall ਬਹੁਤ ਰੇਅਰਲੀ ਯੂਜ਼ ਕਰਦੇ ਹਾਂ। ਸੋ ਇਹਦੇ ਵਿੱਚ ਜਿਹੜਾ ਮੇਰਾ ਰੂਲ ਹੈ, ਰੂਲ ਦੇ ਅਕੋਰਡਿੰਗ ਮੈਂ ਫਸਟ ਐਗਜ਼ਾਮਪਲ ਨੂੰ ਸੋਲਵ ਕਰਾਂਗੀ। ਜਿਵੇਂ ਕਿ ਰਾਮ ਸਕੂਲ ਜਾਵੇਗਾ। ਸੋ ਇਹਦੇ ਵਿੱਚ ਮੇਰਾ ਸਬਜੈਕਟ ਹੋ ਗਿਆ ਰਾਮ, ਵਰਬ ਜਾਵੇਗਾ, ਸਕੂਲ ਕੀ ਹੋ ਗਿਆ ਮੇਰਾ ਆਬਜੈਕਟ। ਹੁਣ ਮੈਂ ਸੈਂਟੈਂਸ ਦੇ ਅਕੋਰਡਿੰਗ ਪੰਜਾਬੀ ਵਰਡ ਦੇ ਅਕੋਰਡਿੰਗ ਇੰਗਲਿਸ਼ ਕਨਵਰਟ ਕਰਾਂਗੀ। ਸੋ ਜਿਵੇਂ ਕਿ ਸਭ ਤੋਂ ਪਹਿਲਾਂ ਸਬਜੈਕਟ ਰਾਮ will go to school। ਇਹ ਮੇਰਾ ਹੋ ਗਿਆ ਸਿੰਪਲ ਦਾ ਚੇਂਜ। ਨੈਕਸਟ ਹੈ ਨੈਗੇਟਿਵ। ਨੈਗੇਟਿਵ ਦੇ ਵਿੱਚ ਰੂਲ ਕੀ ਹੁੰਦਾ ਹੈ, ਸਬਜੈਕਟ will according to the rules ਥਰਡ ਨੰਬਰ ਤੇ not, verb ਦੀ ਫਰਸਟ ਫਾਰਮ ਪਲੱਸ object। ਠੀਕ ਹੈ। ਸੇਮ ਐਗਜ਼ਾਮਪਲ ਰਾਮ ਸਕੂਲ ਜਾਵੇਗਾ। फर्स्ट एग्जाम्पल। सेकेंड गीता खाना खावेगी, गीता खाना खावेगी। ये दो एग्जाम्पल्स हो गया। सो सब तो पहला आप जो सब्जेक्ट ऑब्जेक्ट फाइंड करांगे। सब्जेक्ट सब्जेक्ट ठीक है। गीता सब्जेक्ट खावेगी मतलब की एक्टिविटी की एक्शन करनी है, खावेगी। खाना हो गया ऑब्जेक्ट टेक नॉट। स्कूल राम स्कूल नहीं जाएगा। राम will not go to school। ये सेंटेंस में सो नेक्स्ट जेड़ा सेंटेंस है गीता खाना नहीं खावेगी। गीता will not eat food। नेक्स्ट सेंटेंस करांगे इंटरोगेटिव। इंटरोगेटिव ਦੇ ਵਿੱਚ ਜਿਹੜੇ ਆਪਣੀ will ਸੀਗੀ ਨੈਗੇਟਿਵ ਵਿੱਚ ਆਪਾਂ will ਲਗਾਇਆ, ਸਿੰਪਲ ਦੇ ਵਿੱਚ ਵੀ ਲਗਾਈ ਹੈ will। ਉਹ ਸਭ ਤੋਂ ਪਹਿਲਾਂ ਆਣੀ ਹੈ ਸਬਜੈਕਟ, verb ਦੀ ਫਰਸਟ ਫਾਰਮ, ऑब्जेक्ट ਤੇ ਲਾਸਟ ਤੇ ਕੁਐਸਚਨ ਮਾਰਕ। ਕਿ राम स्कूल जाएगा। will according to the rule subject राम go to school। लास्ट क्वेश्चन आ जिਵੇਂ कि ये हो गया सब्जेक्ट ऑब्जेक्ट सॉरी verb and object verb। कि गीता खाना खावेगी। हेल्पिंग वर्ब सब्जेक्ट वर्ब
ਤੇ ਆਬਜੈਕਟ। ਹੁਣ ਮੈਂ ਸੈਂਟੈਂਸ ਨੂੰ ਇੰਗਲਿਸ਼ ਕਨਵਰਟ ਕਰਨਾ ਸੇਮ ਅਕੋਰਡਿੰਗ ਟੂ ਦ ਰੂਲ, ਜਿਵੇਂ ਕਿ ਵਲ, ਫਿਰ ਉਸ ਤੋਂ ਬਾਅਦ ਸਬਜੈਕਟ ਹੈ ਗੀਤਾ, वर्ब ਦੀ फर्स्ट फॉर्म खावेगी, ईट फूड। ठीक है, सो जो इंटैरोगेटिव ਨੂੰ ਹੀ क्वेश्चन ਵਿੱਚ ਨਹੀਂ ਪੁੱਛਣਾ ਵਾ, नेगेटिव इंटैरोगेटिव वाली सब्जेक्ट नॉट वर्ब ਦੀ फर्स्ट फॉर्म। सो नेगेटिव ਵਿੱਚ ਰੂਲ ਹੋ ਗਿਆ ਵੈਲ ਸਬਜੈਕਟ ਨॉट वर्ब ਦੀ फर्स्ट फॉर्म ਨਾਲ ऑब्जेक्ट एंड लास्ट से क्वेश्चन मार्क। फर्स्ट एग्जांपल कि राम स्कूल नहीं जाएगा, will Ram not go to school, कि गीता खाना खावेगी, will गीता not eat the food, the last से क्वेश्चन मार्क। ये सीगा अपना फ्यूचर इंडेफिनिट टेंस। सब तो पहला तुहानू पहचान पता होनी चाहिए गा गे की। सिंपल ਦੇ ਵਿੱਚ ਰੂਲ ਕੀ ਲੱਗਦਾ ਹੈ ਸਬਜੈਕਟ ਵੈਲ ਦੀ ਫਸਟ ਫਾਰਮ ਨਾਲ ਆਬਜੈਕਟ ਐਂਡ ਕੁਐਸਚਨ ਮਾਰਕ। ਅਗਰ ਤੁਸੀਂ ਸ਼ੈਲ ਯੂਜ਼ ਕਰਨਾ ਹੈ ਤੁਸੀਂ ਰਿਪਾਈਟਿਵ ਬੁਲੀਅਨ ਯੂਜ਼ ਕਰ ਸਕਦੇ ਹੋ। एग्जाम्पल से कि मेरी राम स्कूल जाएगा, ये सब तो पहला कोई भी सेंटेंस सॉल्व कर दो, अगर तुम बिगिनर हो कोई भी सेंटेंस सॉल्व कर दो मीनस कि कन्वर्ट कर दो तो उन्होंने सब तो पहला वो सबजैक्ट ऑब्जैक्ट ते वर्ब फाइंड करो, आफ्टर दैट उन्होंने चेंज करना स्टार्ट करो। अगर तुम सबजैक्ट ऑब्जैक्ट नहीं फाइंड करे सेंटेंसिस गलत होंगे। सो फर्स्ट स्टैप है कि तुम अपने सबजैक्ट ऑब्जैक्ट फाइंड करना फाइंड करो एंड आफ्टर दैट है उन्होंने चेंज करना। सेकंड हैगी है मतलब सेकंड थिंग राम विल गो टू स्कूल, सेंटेंस ਨੂੰ ਕਨਵਰਟ ਕਰਨਾ। ਨੈਗੇਟਿਵ ਦੇ ਵਿੱਚ ਆਪਣਾ ਰੂਲ ਕੀ ਹੈ ਸਬਜੈਕਟ ਵਿਲ ਨਾਟ ਵਰਬ ਦੀ ਫਰਸਟ ਫਾਰਮ ਨਾਲ ਆਬਜੈਕਟ। ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਵਾ ਕਿ ਨਾਟ ਜਦੋਂ ਵੀ ਲਗਾਣਾ ਥਰਡ ਨੰਬਰ ਤੇ ਹੋਏਗਾ ਜਾਂ ਸੈਕਿੰਡ ਨੰਬਰ ਤੇ ਹੈਲਪਿੰਗ ਵਰਬ ਹੋਏਗੀ। ਰਾਮ ਸਕੂਲ ਨਹੀਂ ਜਾਵੇਗਾ, ਰਾਮ ਵਿਲ ਨਾਟ ਗੋ ਟੂ ਸਕੂਲ। सेकंड एग्जांपल से गीता खाना नहीं खावेगी, गीता विल नॉट ईट फूड। ये सीगियां अपने एग्जांपल्स नेगेटिव दियां। सो जो तुसीं इंटैरोगेटिव सेंटेंस करना है विल सब्जेक्ट वर्ब दी फर्स्ट फॉर्म नाल ऑब्जेक्ट एंड लास्ट से क्वेश्चन मार्क। सेंटेंस दे विचों सेम ਆਪਾਂ ਪਹਿਲੇ तरह सब्जेक्ट ऑब्जेक्ट फाइंड ਕੀਤਾ फिर ਉਹਨੂੰ इंग्लिश चेंज कर दिता। विल राम गो टू स्कूल, कि गीता खाना खावेगी, विल गीता ईट फूड। सेम इसी तरह नैगेटिव इंटैरोगेटिव दे विच भी मैं सेंटेंस हैगा कि राम स्कूल नहीं जाएगा, अकॉर्डिंग टू द रूल मैं सेंटेंस ਨੂੰ चेंज कर दिता। सो विल सब्जेक्ट नॉट वर्ब दी फर्स्ट फॉर्म ते ऑब्जेक्ट ਨੂੰ सेम इंग्लिश ਚ रहता, मतलब पंजाबी वाले सेंटेंस ਨੂੰ इंग्लिश चेंज कर दिता। विल राम नॉट गो टू स्कूल, कि गीता खाना नहीं खावेगी। ਇਹਦੇ ਚ सब्जेक्ट ऑब्जेक्ट फाइंड करो फिर उस तो बाद ਉਹਨੂੰ इंग्लिश चेंज कर दो, मतलब कि रूल के अकॉर्डिंग। जिदा कि इतने हमने पहला सब तो पहला विल लगाया है, सेकंड नंबर ते की है ऑब्जेक्ट है, थर्ड ते नॉट है वर्ब दी फर्स्ट फॉर्म ते फिफ्थ नंबर ते ऑब्जेक्ट ते सिक्स्थ ते क्वेश्चन मार्क। सेम इस तरह विल गीता नॉट वर्ब दी फर्स्ट फॉर्म मतलब ईट, ये होगा मेरा ऑब्जेक्ट एंड लास्ट से क्वेश्चन मार्क। ये सीगा अपना फ्यूचर इंडेफिनिट टेंस। सो नैक्सट वीडियोज़ ਦੇ ਵਿੱਚ ਆਪਾਂ ਕਰਾਂਗੇ ਕੰਟੀਨਿਊਸ ਟੈਂਸ ਪਲੱਸ ਉਹਦੀ ਡੈਫੀਨੇਸ਼ਨ ਤੇ ਨਾਲ ਉਹਦੇ ਕਰਾਂਗੇ ਪ੍ਰੈਜ਼ੈਂਟ ਪਾਸਟ ਤੇ ਫਿਊਚਰ ਕੰਟੀਨਿਊਸ ਟੈਂਸ ਡੈਫੀਨੇਸ਼ਨ ਵਿਦ ਐਗਜ਼ਾਮਪਲਸ। ਸੋ ਨੈਕਸਟ ਵੀਡੀਓਜ਼ ਦੇਖਣ ਦੇ ਲਈ ਸਾਨੂੰ ਸਬਸਕ੍ਰਾਈਬ ਕਰੋ, ਫੋਲੋ। ਹੈਲੋ एवरीवन, आई एम फ्रॉम ट्रू लैब एजुकेशन। सो ਅੱਜ ਆਪਾਂ ਕਰਾਂਗੇ ਕੰਟੀਨਿਊਸ ਟੈਂਸ। ਸੋ ਸਭ ਤੋਂ ਪਹਿਲਾਂ ਦੇਖਾਂਗੇ ਕਿ ਕੰਟੀਨਿਊਸ ਦਾ ਮੀਨਿੰਗ ਕੀ ਹੁੰਦਾ ਹੈ। ਸੋ ਕੰਟੀਨਿਊਸ ਟੈਂਸ ਦੀ ਡੈਫੀਨੇਸ਼ਨ ਹੁੰਦੀ ਹੈ continuous tense in English describe actions that are ongoing at a specific time। so जिवें कि कोई भी काम है continuously हो रहा है, लगातार हो रहा है at a specific time in the sense
ਪਾਸਟ ਵਿੱਚ, ਫਿਊਚਰ ਵਿੱਚ ਔਰ ਪ੍ਰੈਜ਼ੈਂਟ ਵਿੱਚ। ਕਿ ਕਿਸੇ ਪਰਟੀਕੂਲਰ ਟਾਈਮ ਤੇ ਕੋਈ ਚੀਜ਼ ਹੋ ਰਹੀ ਹੈ, ਕੰਟੀਨਿਊਸਲੀ ਹੋ ਰਹੀ ਹੈ, ਉਸਨੂੰ ਆਪਾਂ ਕੰਟੀਨਿਊਸ ਟੈਂਸ ਕਹਿੰਦੇ ਹਾਂ। ਸੋ ਜਿਹੜਾ ਕੰਟੀਨਿਊਸ ਟੈਂਸ ਹੁੰਦਾ ਹੈ 3 ਟਾਈਪਸ ਦਾ ਹੁੰਦਾ ਹੈ, ਪ੍ਰੈਜ਼ੈਂਟ ਕੰਟੀਨਿਊਸ, ਪਾਸਟ ਕੰਟੀਨਿਊਸ ਤੇ ਫਿਊਚਰ ਕੰਟੀਨਿਊਸ। ਸੋ ਸਭ ਤੋਂ ਪਹਿਲਾਂ ਆਪਾਂ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਕਰਾਂਗੇ। ਕੰਟੀਨਿਊਸ ਟੈਂਸ ਦਾ ਮੀਨਿੰਗ ਹੁੰਦਾ ਹੈ ਕਿ ਜਦੋਂ ਕੋਈ ਕੰਮ ਪ੍ਰੈਜ਼ੈਂਟ ਤੋਂ ਲਗਾਤਾਰ ਹੋ ਰਿਹਾ ਹੋਵੇ, ਉਸਨੂੰ ਆਪਾਂ ਪ੍ਰੈਜ਼ੈਂਟ ਕੰਟੀਨਿਊਸ ਕਹਾਂਗੇ। ਸੋ ਇਹਦੀ ਡੈਫੀਨੇਸ਼ਨ ਹੁੰਦੀ ਹੈ describes actions happening right now or at the moment of speaking। ਜਿਵੇਂ ਕਿ ਹੁਣ ਮੈਂ ਬੋਲ ਰਹੀ ਹਾਂ, ਸਟਾਰਟਿੰਗ ਤੋਂ ਲੈ ਕੇ ਮੈਂ ਹੁਣ ਤੱਕ ਬੋਲ ਰਹੀ ਸੀਗੀ, ਕੋਈ ਐਕਟੀਵਿਟੀ ਕਰ ਰਹੀ ਸੀ, ਕੋਈ ਮੂਵਮੈਂਟ ਕਰ ਰਹੀ ਸੀਗੀ, ਸੋ ਉਹਨੂੰ ਕੀ ਕਹਿੰਦੇ ਆ, ਪ੍ਰੈਜ਼ੈਂਟ ਕੰਟੀਨਿਊਸ ਟੈਂਸ। ਸੋ ਇਹਦੀ ਪਹਿਚਾਣ ਕੀ ਹੁੰਦੀ ਹੈ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਦੀ? ਰਿਹਾ ਹੈ, ਰਹੀ ਹੈ, ਰਹੇ ਹਨ, ਰਹੀਆਂ ਹਨ। ਫॉर एग्जाम्पल, राम स्कूल जा रहा है, गीता स्कूल जा रही है, बच्चे खाना खा रहे हैं, कुड़ियां स्कूल जा रही ਹਨ। ਸੋ ਜਿਹੜੀਆਂ ਮੈਂ ਤੁਹਾਨੂੰ ਉੱਪਰ ਪਹਿਚਾਣ ਦੇ ਵਰਡਸ ਲਿਖਾਏ ਆ, ਉਹ ਸੇਮ ਮੈਂ ਤੁਹਾਨੂੰ ਯੂਜ਼ ਕਰਕੇ ਦੱਸਿਆ। ਜੇ ਫॉर एग्जाम्पल ਜਿੱਦਾਂ ਕਿ ਰਾਮ ਸਕੂਲ ਜਾ ਰਿਹਾ ਹੈ, ਰਿਹਾ ਹੈ। ਇੱਕ ਚੀਜ਼ ਹੋਰ, ਜਿਵੇਂ ਕਿ ਆਪਾਂ ਪੰਜਾਬੀ 'ਚ ਹੀ ਔਰ ਸ਼ੀ, ਪੰਜਾਬੀ 'ਚ ਉਹ ਯੂਜ਼ ਕਰਦੇ ਹਾਂ, ਉਹ ਯੂਜ਼ ਕਰਦੇ ਹਾਂ। ਫॉर एग्जाम्पल ਮੈਂ ਅਗਰ ਕਿਸੇ ਪਰਸਨ ਦਾ, ਮੈਂ ਹੁਣ ਇੱਥੇ ਰਾਮ ਦਾ ਨਾਮ ਨਹੀਂ ਯੂਜ਼ ਕਰਨਾ ਹੈਗਾ, ਉਹਨੂੰ ਉਹ ਕਹਿ ਕੇ ਬੁਲਾਵਾਂ, ਉਹ ਸਕੂਲ ਜਾ ਰਿਹਾ ਹੈ। ਅਗਰ ਮੈਂ ਉਹਦਾ ਨਾਮ ਲੈ ਕੇ ਕਹਾਂਗੀ ਤੇ ਰਾਮ ਸਕੂਲ ਜਾ ਰਿਹਾ ਹੈ, ਗੀਤਾ ਸਕੂਲ ਜਾ ਰਹੀ ਹੈ, ਇਵੇਂ। ਸੋ ਕਿਸੇ ਪਰਸਨ ਦਾ ਨੇਮ ਨਾ ਯੂਜ਼ ਕਰਕੇ ਮੈਨੂੰ ਉਹ ਕਹਿ ਕੇ ਬੁਲਾਵਾਂ ਤੇ ਫਿਰ ਉੱਥੇ ਉਹ ਲੱਗੇਗਾ। ਜਿਵੇਂ ਕਿ ਇੰਗਲਿਸ਼ ਦੇ ਵਿੱਚ ਹੀ ਬॉय ਲਈ ਔਰ ਸ਼ੀ ਕਿਸੇ ਕੁੜੀ ਦੇ ਲਈ ਲੱਗੇਗਾ। ਗੀਤਾ ਸਕੂਲ ਜਾ ਰਹੀ ਹੈ, ਰਹੀ ਆ ਗਿਆ, ਰਹੇ ਹਨ। ਬੱਚੇ ਖਾਣਾ ਖਾ ਰਹੇ ਹਨ, ਰਹੀਆਂ ਹਨ। ਕੁੜੀਆਂ ਸਕੂਲ ਜਾ ਰਹੀਆਂ ਹਨ। ਸੋ ਜਿਹੜੀਆਂ ਐਗਜ਼ਾਮਪਲ ਸੀਗੀਆਂ ਸਾਰੀਆਂ ਇਹ ਵਾਲੀਆਂ ਹੈ। ਸੋ ਹੁਣ ਆਪਾਂ ਦੇਖਾਂਗੇ ਕਿ ਪ੍ਰੈਜ਼ੈਂਟ ਕੰਟੀਨਿਊਸ ਦਾ ਰੂਲ ਕੀ ਹੁੰਦਾ ਹੈ। ਕੰਟੀਨਿਊਸ ਦਾ ਰੂਲ ਹੁੰਦਾ ਹੈ ਸਬਜੈਕਟ ਪਲੱਸ ਇਜ਼ਮ ਆਰ प्लस वर्ब दी फर्स्ट फॉर्म नाल ING प्लस सब्जेक्ट। एक चीज ध्यान रखनी है कि जो भी तुहानू कंटीन्यूअस टेंस आता है, चाहे वो प्रेजेंट हो, चाहे पास्ट हो, चाहे फ्यूचर हो, कोई भी कंटीन्यूअस जिथे वर्ड कंटीन्यूअस आ गया मतलब उत्थे वर्ब दी फर्स्ट फॉर्म नाल ING लगेगा। मतलब कि कोई भी एक्टिविटी, कोई भी एक्शन जिहड़ा कंटीन्यूअसली हो रहा है, जिथे कंटीन्यूअस ਉਹਦੇ ਵਿੱਚ वर्ब ਕਿਹੜੀ लगेगी, वर्ब दी फर्स्ट फॉर्म नाल ING, फर्स्ट फॉर्म प्लस ING। ठीक है। सो हुण आपां देखांगे कि जिहड़ा इज़म आ रहा है किहड़े सबजैक्ट नाल यूज हुंदा है। सो जिवें कि इज है, इज जिहड़ा वा सिंगुलर नाल यूज हुंदा है, सिंगुलर ही, शी, इट ते किसी भी पर्सन नाल नहीं। नेम इन द सेंस कि जिवें कि इत्थे आपां लिखिआ है राम स्कूल जा रहा है, गीता स्कूल जा रही है, उत्थे भी इज ही यूज होएगा। एंड नैक्सट हैगा एम कित्थे यूज हुंदा है, आई दे नाल ते आर होएगा प्लूरल दे नाल, जिवें कि यू, वी, दे, ते जिथे ज़्यादा नेम्स की गल होई,
ज़्यादा नेम्स मीनस कि इन द सेंस अपना सेंटेंस है बच्चे खाना खा रहे हैं, ज़्यादा की गल होगी मतलब प्लूरल सेंटेंस है उत्थे आर यूज होगी, हेल्पिंग वर्ब की यूज होगी आर। सो एक चीज और कि जेड़ा अपना इज एम आर है एक हेल्पिंग वर्ब है, ठीक है। सो नेक्स्ट है हुन ਆਪਾਂ फर्स्ट वाली एग्जांपल सॉल्व करांगे। राम स्कूल जा रहा है, राम स्कूल जा रहा है। ਇਹਦੇ ਵਿੱਚੋਂ ਸਭ ਤੋਂ ਪਹਿਲਾਂ ਤੁਸੀਂ ਸਬਜੈਕਟ ਆਬਜੈਕਟ ਔਰ ਵਰਬ ਫਾਈਂਡ ਕਰਨਾ ਹੈ। ਆਫਟਰ ਦੈਟ ਤੁਸੀਂ ਰੂਲ ਦੇ ਅਕੋਰਡਿੰਗ ਸੈਂਟੈਂਸ ਨੂੰ ਚੇਂਜ ਕਰ ਦੇਣਾ ਹੈ। ਰਾਮ ਕੀ ਹੋ ਗਿਆ ਇਹਦੇ ਵਿੱਚ ਸਬਜੈਕਟ, ਜਾ ਰਿਹਾ ਹੈ ਵਰਬ और एक ही हो गया ऑब्जेक्ट। सो सेंटेंस की बन गया राम होने से लगेगी हेल्पिंग वर्ब, राम की ये सिंगुलर पर्सन है सो उत्थे की लगेगा इज। एग्जाम्पल की सी जा रहा है वर्ब दी फर्स्ट फॉर्म नाल आईएनजी, मतलब जा रहा है मतलब जांदा पिया है, गो अकॉर्डिंग टू द रूल वर्ब दी फर्स्ट फॉर्म नाल आईएनजी लगेगा, गोइंग टू स्कूल। ये हो गया अपना इंग्लिश विच सेंटेंस चेंज। सो नेक्स्ट है जो हम तुसी नेगेटिव सेंटेंस कर रहे हो, नेगेटिव दे विच तुहानू क्या है कि तीजे नंबर ते नॉट लगेगा। कोई भी तुसी सेंटेंस नेगेटिव विच कन्वर्ट करते हो तीजे नंबर ते नॉट। सेम इसी तरह जो तुहाडा रूल है इज एम आर सब्जेक्ट इज एम आर वर्ब दी फर्स्ट फॉर्म नाल आईएनजी प्लस ऑब्जेक्ट, इज एम आर तीजे नंबर ते नॉट वर्ब दी फर्स्ट फॉर्म नाल आईएनजी प्लस ऑब्जेक्ट। हुण एक चीज होर कि जिवें कि तुसी तीजे नंबर ए मीनस कि फर्स्ट सैकेंड थर्ड ए इज एम आर तीनों इको ही है, मतलब कि हेल्पिंग वर्ब है तीनों फर्स्ट सैकेंड थर्ड ते फोर्थ। नेगेटिव दे विच जिहड़ी वर्ब है फोर्थ नंबर ते चली जाएगी। सो हुण तुहाडा सेंटेंस इंग्लिश वाला की पंजाबी वाला सेंटेंस हो गया राम स्कूल नहीं जा रहा है, सो तुहाडा पंजाबी वाला सेंटेंस की हो गया राम स्कूल नहीं जा रहा है। ਇਹਦੇ ਵਿੱਚੋਂ सेम ਆਪਾਂ सब्जेक्ट ऑब्जेक्ट फाइंड करांगे, सब्जेक्ट वर्ब ते हो गया ऑब्जेक्ट प्लस नॉट। सो मेरा हम इंग्लिश के अकॉर्डिंग सेंटेंस हो गया राम इज नॉट गोइंग टू स्कूल। सो अगर मैं उन्हें सेकेंड एग्जांपल सॉल्व करनी होवे बच्चे खाना खा रहे हैं, बच्चे खाना नहीं खा रहे हम, ਇਹਦੇ ਵਿੱਚੋਂ ਮਿਲ ਗਿਆ ਸਬਜੈਕਟ ਕੀ ਹੋ ਗਿਆ ਬੱਚੇ, ਖਾ ਰਹੇ ਹਨ वर्ब, ये हो गया ऑब्जेक्ट प्लस नॉट, ठीक है। सो इतने सेंटेंस की हो गया चिल्ड्रन, चिल्ड्रन मतलब बच्चे ज्यादा हो गए, आर नॉट ईटिंग द फूड। किवें सो सब तो पहला मेरा सब्जेक्ट आना सीगा फर्स्ट नंबर ते, फर्स्ट नंबर ते चिल्ड्रन मतलब मेरा सब्जेक्ट है। इज एम आर दे विचों की आना सी आर आना सी, क्यों आना सी क्योंकि मेरा क्योंकि जो बच्चे है वो ज्यादा है सो आर आ गया। थर्ड नंबर ते नॉट, इत्थे भी थर्ड नंबर ते नॉट। नेक्स्ट वर्ब दी फर्स्ट फॉर्म नाल आईएनजी, खा रहे हैं मतलब कि ईट ते आईएनजी अकॉर्डिंग टू द रूल लग गया ऑब्जेक्ट, ये होगा मेरा चौथे नंबर। ये हो गया अपना नेगेटिव सेंटेंस, नेगेटिव मतलब कि थर्ड नंबर ते नॉट बाकी सारा रूल एज इट इज यही आ जाएगा। सो नेक्स्ट है इंटरोगेटिव सेंटेंस। इंटरोगेटिव सेंटेंस दे विच की हुंदा वा
कोई भी जी तुहाडी हेल्पिंग वर्ब है, चाहे वो इज है, मार है, वॉज वर है, कोई भी हेल्पिंग वर्ब है वो तुहाडी फर्स्ट नंबर पे आ जाएगी। इज है, मार, सब्जेक्ट, वर्ब दी फर्स्ट फॉर्म नाल आईएनजी प्लस ऑब्जेक्ट ते इहदे विच लास्ट ते क्वेश्चन मार्क आएगा। फॉर एग्जांपल हुण की राम स्कूल जा रहा है, सेम वही सेंटेंस, इज सिर्फ फ्रंट पे आ जाएगा, इज राम गोइंग टू स्कूल। ठीक है, सो हुण अगर आप ये वाली एग्जांपल नू इंटरोगेटिव से चेंज करना है कि बच्चे खाना खा रहे हैं, कि बच्चे खाना खा रहे हैं, आर चिल्ड्रन eating the food। सो ये तुहाडा इंटरोगेटिव सेंटेंस। सो नेक्स्ट करेंगे नेगेटिव इंटरोगेटिव, सेम वही रूल रहेगा जिवें कि फर्स्ट पे इज है, मार, सब्जेक्ट, थर्ड दिन नॉट, subject not verb the first form of ing plus object and question mark। सो ਇਹਦੇ ਵਿੱਚ सेंटेंस ਕੀ ਹੋ ਗਿਆ कि राम स्कूल नहीं जा रहा है। सो ये सब्जेक्ट ऑब्जेक्ट फाइंड करना, सब तो पहला सब्जेक्ट ऑफ ऑब्जेक्ट प्लस नॉट ते होगी हेल्प वर्ब। सो सेंटेंस की हो गया इज राम नॉट गोइंग टू स्कूल। ये तो हो गया इंटरप्रेटिव। जब सेकंड एग्जांपल सॉल्व करनी है जिवें कि बच्चे खाना नहीं खा रहे हैं, सेम ये सब्जेक्ट वर्ब ते ऑब्जेक्ट फाइंड करके उन्हें चेंज कर लेना है। आर चिल्ड्रन नॉट ईटिंग द फूड। सो ये होगी थोड़ी नेगेटिव इंटरोगेटिव एग्जांपल। नेक्स्ट टेंस करेंगे पास्ट कंटिन्यूअस टेंस। पास्ट कंटिन्यूअस टेंस का मीनिंग होता है कि इट डिस्क्राइब्स एक्शंस दैट वर ऑनगोइंग एट अ स्पेसिफिक टाइम इन द पास्ट। कोई कोई एक्टिविटी, कोई मूवमेंट जिहड़ा कि पास्ट तो कंटिन्यूअसली हो रहा है उसनू पास्ट कंटिन्यूअस कहते हैं। फॉर एग्जांपल जिवें कि मैं चिट्ठी लिख रही सी, मतलब चिट्ठी लिखदी सीगी। सो इसकी पहचान होंदी है रही सी, रहा सी, रहे सन, रहियां सन। सेम जिदा प्रेजेंट दे विच आपां है लगाने आ ते पास्ट विच सी सन ए लग जाएगा। सो इसदा रूल हुंदा है सब्जेक्ट was were verb the first form नाल ing प्लस ऑब्जेक्ट। सो जिहड़ा was है वो सिंगल दे नाल यूज होएगा, जिवें कि he, she, it ते किसी भी पर्सन दे नेम नाल ते आई। वर
प्लूरल है। यू, वी, दे ਤੇ ਜਿੱਥੇ ਜ਼ਿਆਦਾ ਨਹੀਂ ਯੂਜ਼ ਹੁੰਦੇ ਆ। ਨੈਕਸਟ ਐਗਜ਼ਾਮਪਲ ਹੈਗੀ ਆ ਰਾਮ ਸਕੂਲ ਜਾ ਰਿਹਾ ਸੀ। ਇਹਦੇ ਵਿੱਚ ਸਭ ਤੋਂ ਪਹਿਲਾਂ ਸਬਜੈਕਟ ਆਬਜੈਕਟ ਫਾਈਂਡ ਕਰਨਾ ਹੈ। ਆਫਟਰ ਦੈਟ ਨੂੰ ਐਗਜ਼ਾਮਪਲ ਨੂੰ ਕਨਵਰਟ ਕਰਨਾ ਇੰਗਲਿਸ਼ 'ਚ। ਰਾਮ ਕੀ ਹੋ ਗਿਆ ਸਬਜੈਕਟ, ਜਾ ਰਿਹਾ ਸੀ ਵਰਬ, ਕੀ ਹੋ ਗਿਆ ऑब्जेक्ट। सेंटेंस हो गया राम वॉज जा रहा से गोइंग टू स्कूल। अगर हम मैं सेकेंड एग्जांपल ये हो गई ऐसी चिट्ठियां लिख रहे सी। सो इतने की होएगा इधर जो सब्जेक्ट की हो गया राम, लिख रहे सी वो ऑब्जेक्ट हो गया चिट्ठियां। सो सेंटेंस की बनेगा ਇਹਦੇ ਵਿੱਚ we मतलब ਅਸੀਂ लिख रहे सी। पहला सब तो पहला हेल्पिंग वर्ब आएगी वो उस वर्ड ਵਿੱਚੋਂ। we were लिख रहे सी राइट, बट अकॉर्डिंग टू द रूल वर्ब द फर्स्ट फॉर्म ਨਾਲ ing लगेगा। राइटिंग लेटर्स, ठीक है। सो नेक्स्ट है इंटरोगेटिव। नेक्स्ट है नेगेटिव। नेगेटिव ਦੇ ਵਿੱਚ ਕੀ ਰੂਲ ਹੁੰਦਾ ਹੈ ਜਦੋਂ थर्ड नंबर ਤੇ नॉट, बाकी सारा रूल एज इट इज रहेगा। सब्जेक्ट was were not verb the first form ਨਾਲ ing plus object, ठीक है। सो थर्ड नंबर ਤੇ नॉट ਲੱਗ ਜਾਏਗਾ, ਬਾਕੀ ਸਾਰਾ रूल एज इट इज रहेगा। ਜਿਵੇਂ ਕਿ ਰਾਮ ਸਕੂਲ ਨਹੀਂ ਜਾ ਰਿਹਾ ਸੀ, ਰਾਮ ਸਕੂਲ नहीं जा रहा सी, राम was not going to school। अगर यही एग्जाम्पल आप सॉल्व करनी हो, ऐसी चिट्ठियां लिख रहे सी, ऐसी चिट्ठियां नहीं लिख रहे सी हो गया we were not writing a letter, ठीक है। ਹੁਣ ਜਦੋਂ ਇੰਟਰੋਗੇਟਿਵ ਸੈਂਟੈਂਸ ਕਰਨਾ ਹੈ, ਇੰਟਰੋਗੇਟਿਵ ਦੇ ਵਿੱਚ ਕੀ ਹੋਣਾ, ਜਿਹੜੀ ਵੀ ਤੁਹਾਨੂੰ ਜਿੱਦਾਂ ਪਹਿਲਾਂ ਦੱਸਿਆ ਕਿ ਹੈਲਪਿੰਗ ਵਰਬ ਹੋਏਗੀ ਉਹ ਤੁਹਾਡੀ ਫਸਟ ਨੰਬਰ ਤੇ ਆ ਜਾਏਗੀ। ਜਿਵੇਂ ਕਿ was were plus subject, बाकी रूल सारा बट इतने क्वेश्चन मार्क आएगा कि राम स्कूल जा रहा सी, सेम सब्जेक्ट जा रहा सी वो ये हो गया ऑब्जेक्ट। was राम going to school। नेक्स्ट है नेगेटिव इंटरोगेटिव। ਇਹਦੇ ਵਿੱਚ अपनी हेल्पिंग वर्ब फर्स्ट पे जिदा कि आप ऊपर किया है, फिर सब्जेक्ट थर्ड दे नॉट, वर्ब दी फर्स्ट फॉर्म में ing प्लस ऑब्जेक्ट प्लस क्वेश्चन मार्क। सेम वही कि राम स्कूल नहीं जा रहा है, was राम not
going to school सारा सेंटेंस ही सो पास्ट कंटिन्यूस टेंस ਦੇ ਵਿੱਚ was were लगेगा सेकंड नंबर ਤੇ ਬਾਕੀ ਸਾਰਾ रूल प्रेजेंट तेरा सेम रहेगा was were ਜਿਹੜਾ was है सिंगुलर है ਨਾਲ यूज होएगा ਤੇ was ਜਿਹੜਾ प्लूरल है ਨਾਲ यूज होएगा ਸੋ ਇਦਾਂ ਸਾਰਾ ਤੁਸੀਂ ਜਿਹੜੇ ਐਗਜ਼ਾਮਪਲ ਹੈ ਇਹਨੂੰ ਸੋਲਵ ਕਰਨ ਦੀ ਟਰਾਈ ਕਰੋ ਤਾਂ ਕਿ ਤੁਹਾਨੂੰ ਸਾਈਡ ਆਊਟਸ ਕਲੀਅਰ ਹੈ ਨੈਕਸਟ ਹੈਗਾ ਫਿਊਚਰ ਕੰਟੀਨਿਊਸ ਨੈਕਸਟ ਹੈਗਾ ਫਿਊਚਰ ਕੰਟੀਨਿਊਸ ਟੈਂਸ ਫਿਊਚਰ ਕੰਟੀਨਿਊਸ ਟੈਂਸ ਦਾ ਮੀਨਿੰਗ ਹੁੰਦਾ ਹੈ ਕਿ ਇਟ ਡਿਸਕ੍ਰਾਈਬਸ the action that will ongoing at a specific time in the future so ਇਹ ਹੋ ਗਈ ਇਹਦੀ ਡੈਫੀਨੇਸ਼ਨ ਕਿ ਮੀਨਸ ਕਿ ਕੋਈ ਵੀ ਐਕਟੀਵਿਟੀ ਕੋਈ ਵੀ ਮੂਵਮੈਂਟ ਜਿਹੜਾ ਫਿਊਚਰ ਦੇ ਵਿੱਚ ਕੰਟੀਨਿਊਸਲੀ ਹੋ ਰਿਹਾ ਹੈ ਉਸ ਨੂੰ ਆਪਾਂ ਫਿਊਚਰ ਕੰਟੀਨਿਊਸ ਕਹਾਂਗੇ ਸੋ ਇਹਦੀ ਪਹਿਚਾਣ ਹੁੰਦੀ ਹੈ ਰਹੀ ਹੋਵੇਗੀ ਰਿਹਾ ਹੋਵੇਗਾ ਰਹੇ ਹੋਣਗੇ ਰਹੀਆਂ ਹੋਣਗੀਆਂ ਸੋ ਇਹਦੀ ਪਹਿਚਾਣ ਹੈ ਨੈਕਸਟ ਦਾ ਰੂਲ ਕੀ ਹੁੰਦਾ ਹੈ ਨੈਕਸਟ ਰੂਲ ਹੈਗਾ ਸਬਜੈਕਟ ਵਿਲ ਬੀ ਫਿਊਚਰ ਵਿੱਚ ਮੈਂ ਪਿਛਲੀ ਵੀਡੀਓ ਵਿੱਚ ਦੱਸਿਆ ਸੀਗਾ ਕਿ ਫਿਊਚਰ ਕੋਈ ਵੀ ਆ ਜਾਵੇ ਉੱਥੇ ਵਿਲ ਲੱਗੇਗਾ ਹੀ ਲੱਗੇਗਾ ਸੈਕਿੰਡ ਨੰਬਰ ਤੇ ਬੀ ਆਫ ਦੀ ਫਸਟ ਫਾਰਮ ਨਾਲ ਆਈਐਨਜੀ ਪਲੱਸ ਆਬਜੈਕਟ ਇਹਦੇ ਵਿੱਚ ਐਗਜ਼ਾਮਪਲ ਚੇਂਜ ਕਰ ਲਾਂਗੇ ਅਸੀਂ ਚਿੱਠੀਆਂ ਲਿਖ ਰਹੇ ਹੋਵਾਂਗੇ ਸੋ ਅਸੀਂ ਚਿੱਠੀਆਂ ਲਿਖ ਰਹੇ ਹੋਵਾਂਗੇ ਇਹਦੇ ਚ ਪਹਿਲਾਂ ਸਭ ਤੋਂ ਪਹਿਲਾਂ ਆਬਜੈਕਟ ਸੋ ਸੈਂਟੈਂਸ ਦੇ ਵਿੱਚ ਸਭ ਤੋਂ ਪਹਿਲਾਂ ਸਬਜੈਕਟ ਆਬਜੈਕਟ ਫਾਈਂਡ ਕਰਾਂਗੇ ਅਸੀਂ ਕੀ ਹੋਗਾ ਸਬਜੈਕਟ ਲਿਖ ਰਹੇ ਹੋਵਾਂਗੇ ਵਰਬ ਇਹ ਮੇਰਾ ਹੋ ਗਿਆ ਆਬਜੈਕਟ ਸੋ ਸੈਂਟੈਂਸ ਨੂੰ ਚੇਂਜ ਕੀਤਾ ਕੀ ਬਣੇਗਾ ਅਸੀਂ we will be writing letters ਇਹ ਹੋਗਾ ਤੁਹਾਡਾ ਫਿਊਚਰ ਕੰਟੀਨਿਊਸ ਹੈ ਸੋ ਜਦੋਂ ਹੁਣ ਤੁਸੀਂ ਨੈਗੇਟਿਵ ਕਰਨਾ ਹੈ ਨੈਗੇਟਿਵ ਦੇ ਵਿੱਚ ਕੀ ਹੋਣਾ ਹੈ ਤੁਹਾਡਾ ਥਰਡ ਨੰਬਰ ਤੇ ਨੋਟ ਤੇ ਫਿਰ ਜਿਹੜਾ ਸੌਰੀ ਵੀ ਜਿਹੜਾ ਤੁਹਾਡਾ ਫੋਰਥ ਨੰਬਰ ਤੇ ਚੱਲ ਜਾਏਗਾ ਫॉर एग्जांपल subject will be subject will not be of the first form the ing plus object so sentence ਕੀ ਹੋ ਗਿਆ ਅਸੀਂ ਚਿੱਠੀਆਂ ਨਹੀਂ ਲਿਖ ਰਹੇ ਹੋਵਾਂਗੇ we will not writing letters so next interrogative ਦੇ ਵਿੱਚ ਕੀ ਹੋਣਾ ਕਿ ਜਿਹੜੀ ਤੁਹਾਡੀ will ਹੈ ਮੀਨਸ ਕਿ ਜੋ ਤੁਹਾਡੀ ਹੈਲਪਿੰਗ ਵਰਬ ਹੈ ਉਹ ਤੁਹਾਡੀ ਫਸਟ ਨੰਬਰ ਤੇ ਚੱਲ ਜਾਏਗੀ ਬਾਕੀ ਸਾਰਾ ਰੂਲ ਐਜ਼ ਇਟ ਇਜ਼ ਰਹਿ ਜਾਏਗਾ will subject फिर आ जाएगी बी वर्ब the first form the ing plus object and last से question mark ਅਸੀਂ ਖਾਣਾ ਖਾ ਰਹੇ ਹੋਵਾਂਗੇ ਕਿ ਅਸੀਂ ਖਾਣਾ ਖਾ ਰਹੇ ਹੋਵਾਂਗੇ ਇਹਦੇ ਵਿੱਚ ਸਭ ਤੋਂ ਪਹਿਲਾਂ ਸਬਜੈਕਟ ਆਬਜੈਕਟ ਵਰਬ ਫਾਈਂਡ ਕਰਨਾ ਹੈ ਇਹ ਹੋ ਗਈ ਹੈਲਪਿੰਗ ਵਰਬ ਸਬਜੈਕਟ ਖਾ ਰਹੇ ਹੋਵਾਂਗੇ ਵਰਬ ਐਂਡ
ये हो गया ऑब्जेक्ट। सो इन्हें चेंज किया की बन गया अकॉर्डिंग टू द रूल सब तो पहला वेल लगाया फिर सब्जेक्ट सब्जेक्ट की वी फिर आ गया बी विल वी बी eating a food eating the food या eating a food। अगर आप ये वाली एग्जांपल को सॉल्व करिए ਇਹਦੇ ਵਿੱਚ ਇੰਟਰੋਗੇਟਿਵ ਵਿੱਚ ਕੀ ਐਸੀ ਚਿੱਠੀਆਂ ਲਿਖ ਰਹੇ ਹੋਵਾਂਗੇ कि ऐसी चिट्ठियां लिख रहे होवांगे ਇਹਦੇ ਵਿੱਚੋਂ सब्जेक्ट वर्ब ऑब्जेक्ट ते आइटम will we be writing letters ठीक है। सो जो हम तुसी नेगेटिव इंटरोगेटिव करना है नेगेटिव इंटरोगेटिव ਦੇ ਵਿੱਚ ਕੀ ਹੋਣਾ ਹੈ ਜਿਹੜੀ बी है वो ਤੁਹਾਡੀ फोर्थ ਤੇ चल जाएगी ਤੇ ਜਿਹੜਾ नॉट है वो थर्ड ਤੇ रहेगा जिन्हें कि will सब्जेक्ट ठीक है एंड थर्ड ते नॉट बी सब्जेक्ट बी वर्ब दी फर्स्ट फॉर्म नाल ऑब्जेक्ट ते क्वेश्चन मार्क की ऐसी चिट्ठियां नहीं लिख रहे होवांगे कि ऐसी चिट्ठियां नहीं लिख होवांगे सो ये सब्जेक्ट ऑब्जेक्ट फाइंड करके आफ्टर दैट तुसी इंग्लिश च चेंज कर देना देख के सो इतने सेंटेंस की बन गया will we not be writing a letters सो ये हो गया नेगेटिव इंटरवेटिव जिन्हें तुम एग्जाम्पल सॉल्व करोगे तुम क्लैरिफाई होएगा कि रूल ਨੂੰ ਕਿਵੇਂ ਕਿੱਦਾਂ यूज करना है सो नैक्सट ਤੁਸੀਂ ਸਾਡੀਆਂ ਨੈਕਸਟ ਵੀਡੀਓਜ਼ ਦੇ ਵਿੱਚ ਆਪਾਂ ਕਰਾਂ ਸੋ ਨੈਕਸਟ ਵੀਡੀਓਜ਼ ਦੇ ਵਿੱਚ ਆਪਾਂ ਕਰਾਂਗੇ ਪਰਫੈਕਟ ਟੈਂਸ ਦੇ ਦੇਖਣ ਦੇ ਲਈ ਤੁਸੀਂ ਸਾਨੂੰ YouTube ਤੇ ਸਬਸਕ੍ਰਾਈਬ ਕਰੋ ਐਂਡ ਲਾਈਕ ਐਂਡ ਸ਼ੇਅਰ ਕਰੋ ਥੈਂਕ ਯੂ हेलो एवरीवन आई एम फ्रॉम ट्रू लव एजुकेशन सो पिछली वीडियोज़ ਦੇ ਵਿੱਚ ਆਪਾਂ ਕੰਟੀਨਿਊਸ ਟੈਂਸ ਕੀਤਾ ਤੇ ਅੱਜ ਆਪਾਂ ਪਰਫੈਕਟ ਟੈਂਸ ਕਰਾਂਗੇ ਸੋ ਪਰਫੈਕਟ ਟੈਂਸ ਦੀ ਡੈਫੀਨੇਸ਼ਨ ਕੀ ਹੁੰਦੀ ਹੈ ਦ ਪਰਫੈਕਟ ਟੈਂਸ ਇਜ਼ English indicates an action completed before specific point in time and after often linking the past actions सो ਜਦੋਂ ਕੋਈ ਕੰਮ ਇੱਕ ਸਪੈਸੀਫਿਕ ਟਾਈਮ ਤੇ ਕੰਪਲੀਟ ਹੋ ਜਾਵੇ ਕੋਈ ਵੀ ਐਕਟੀਵਿਟੀ ਜੋ ਤੁਸੀਂ ਕਰਦੇ ਪਏ ਹੋ ਕੰਪਲੀਟ ਹੋ ਜਾਵੇ ਸੋ ਉਹ ਪਰਫੈਕਟ ਟੈਂਸ ਵਿੱਚ ਇਨਕਲੂਡਡ ਹੁੰਦਾ ਹੈ ਸੋ ਪਰਫੈਕਟ ਟੈਂਸ 3 ਟਾਈਪਸ ਦਾ ਹੁੰਦਾ ਹੈ ਪ੍ਰੈਜ਼ੈਂਟ ਪਾਸਟ ਤੇ ਫਿਊਚਰ ਪਰਫੈਕਟ ਟੈਂਸ ਸੋ ਸਭ ਤੋਂ ਪਹਿਲਾਂ ਹੁਣ ਆਪਾਂ ਪਰਫੈਕਟ ਟੈਂਸ ਕਰਾਂਗੇ ਪਰਫੈਕਟ ਟੈਂਸ ਦੀ ਡੈਫੀਨੇਸ਼ਨ ਹੁੰਦੀ ਹੈ ਇਟ ਇਜ਼ ਯੂਜ਼ਡ ਟੂ ਡਿਸਕ੍ਰਾਈਬ ਐਨ ਐਕਸ਼ਨ that begin in the past and continues into the present or an action that has been completed at same point before now but has relevancy to the present but has relevance to the present ਕਿ ਜਦੋਂ ਵੀ ਤੁਹਾਡਾ ਜਦੋਂ ਤੁਸੀਂ ਕੋਈ ਪਾਸਟ ਤੋਂ ਐਕਟੀਵਿਟੀ ਸਟਾਰਟ ਕਰਦੇ ਕੰਟੀਨਿਊ ਰਹਿੰਦੀ ਹੈ ਤੇ ਪ੍ਰੈਜ਼ੈਂਟ ਤੱਕ ਉਹ ਪ੍ਰੈਜ਼ੈਂਟ 'ਚ ਜਾ ਕੇ ਖਤਮ ਹੁੰਦੀ ਹੈ ਸੋ ਉਸਨੂੰ ਆਪਾਂ ਪ੍ਰੈਜ਼ੈਂਟ ਪਰਫੈਕਟ ਟੈਂਸ ਕਹਿੰਦੇ ਆ ਸੋ ਪ੍ਰੈਜ਼ੈਂਟ ਪਰਫੈਕਟ ਟੈਂਸ ਦੀ ਪਹਿਚਾਨ ਕੀ ਹੁੰਦੀ ਹੈ चुका है चुकी है
ਚੁੱਕੇ ਹਨ ਤੇ ਚੁੱਕੀਆਂ ਹਨ। ਸੋ ਫॉर एग्जांपल सुखदीप अपने दोस्त नाल ਸੁਖਦੀਪ ਆਪਣੇ ਦੋਸਤ ਨਾਲ ਬਾਜ਼ਾਰ ਪਹੁੰਚ ਚੁੱਕਾ ਹੈ। ਸੋ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਸੈਂਟੈਂਸ ਦੇ ਵਿੱਚੋਂ ਸਬਜੈਕਟ, ਆਬਜੈਕਟ ਤੇ ਵਰਬ ਫਾਈਂਡ ਕਰਾਂਗੇ। ਆਫਟਰ ਦੈਟ ਇਹਨੂੰ ਰੂਲ ਦੇ ਅਕੋਰਡਿੰਗ ਇਹਨੂੰ ਚੇਂਜ ਕਰਾਂਗੇ। ਸੈਕਿੰਡ ਐਗਜ਼ਾਮਪਲ ਇਹਦੇ ਵਿੱਚ ਮੈਂ ਲਿਖਦੀ ਹਾਂ, ਰਾਮ ਸਕੂਲ पहुंच चुका है या राम स्कूल जा चुका है। गीता खाना खा चुकी है। सो ये है अपने एग्जाम्पल्स। ਇਹ ਵਾਲੀ ਐਗਜ਼ਾਮਪਲ ਤੁਸੀਂ ਜਦੋਂ ਟੈਂਸਸ ਸਾਰੇ ਆਪਣੀ ਕੰਪਲੀਟ ਕਰ ਉਸ ਤੋਂ ਲਾਸਟ ਤੁਸੀਂ ਇਹਨੂੰ ਇੰਗਲਿਸ਼ ਵਿੱਚ ਚੇਂਜ ਕਰ ਸਕਦੇ ਹੋ ਆਪਣੀ ਪ੍ਰੈਕਟਿਸ ਕਰਨ ਦੇ ਲਈ। ਸੋ ਹੁਣ ਰੂਲ ਇਹਦੇ ਵਿੱਚ ਲੱਗੇਗਾ ਸਬਜੈਕਟ has have verb ਦੀ ਥਰਡ ਫਾਰਮ ਪਲੱਸ ਆਬਜੈਕਟ। ਇੱਕ ਚੀਜ਼ ਦਾ ਯਾਦ ਰੱਖਿਓ ਕਿ ਜਦੋਂ ਵੀ ਪਰਫੈਕਟ ਟੈਂਸ ਆਉਂਦਾ ਵਾ ਮੀਨਸ ਕਿ ਉੱਥੇ ਤੁਹਾਡੀ verb ਦੀ ਥਰਡ ਫਾਰਮ ਯੂਜ਼ ਹੋਏਗੀ, ਨਾ ਫਰਸਟ ਹੋਣੀ ਨਾ ਸੈਕਿੰਡ ਯੂਜ਼ ਹੋਏਗੀ, ਸਿਰਫ verb ਦੀ ਥਰਡ ਫਾਰਮ। ਸੋ ਹੁਣ ਤੁਸੀਂ ਦੇਖਣਾ ਹੈ ਕਿ ਰੂਲ ਹੋ ਗਿਆ ਸਬਜੈਕਟ ਹੈਜ਼ ਆ verb ਦੀ ਥਰਡ ਫਾਰਮ ਨਾਲ ਆਬਜੈਕਟ। ਸੋ ਜਿਹੜਾ ਹੈਜ਼ ਹੈ ਸਿੰਗੂਲਰ ਦੇ ਨਾਲ ਯੂਜ਼ ਹੋਏਗਾ ਤੇ ਹੈਵ ਪਲੂਰਲ ਦੇ ਨਾਲ। ਹੈਜ਼ ਦੇ ਵਿੱਚ ਕਿਹੜੇ ਕਿਹੜੇ ਸੌਰੀ ਸਿੰਗੂਲਰ ਦੇ ਵਿੱਚ ਕਿਹੜੇ ਕਿਹੜੇ ਆਉਂਦੇ ਆ, ਹੀ, ਸ਼ੀ, ਇਟ ਤੇ ਕਿਸੇ ਵੀ ਪਰਸਨ ਦਾ ਨੇਮ, ਆਈ, ਵੀ, ਯੂ, ਦੇ। ਇਹ ਸਾਰੇ ਸਿੰਗੂਲਰ ਤੇ ਪਲੂਰਲ ਹੈ। ਸਿੰਗੂਲਰ ਦੇ ਨਾਲ ਹੈਜ਼ ਤੇ ਪਲੂਰਲ ਦੇ ਨਾਲ ਹੈਵ। ਸੋ ਹੁਣ ਮੈਂ ਸੈਂਟੈਂਸ ਸਭ ਤੋਂ ਪਹਿਲਾਂ ਰਾਮ ਸਕੂਲ ਪਹੁੰਚ ਚੁੱਕਾ ਹੈ ਇਹ ਵਾਲਾ ਕਰਾਂਗੇ, ਉਸ ਤੋਂ ਬਾਅਦ ਬਾਜ਼ਾਰ ਜਾ ਚੁੱਕਾ ਆਪਣੇ ਦੋਸਤ ਨਾਲ ਉਹ ਵਾਲਾ ਕਰਾਂਗੇ ਸੋਲਵ। ਸੋ ਰਾਮ ਇਹਦੇ ਚੋਂ ਸਬਜੈਕਟ ਹੋ ਗਿਆ ਰਾਮ, ਵਰਬ ਕੀ ਹੋਏਗੀ ਪਹੁੰਚ ਚੁੱਕਾ ਹੈ, ਸਕੂਲ ਮੇਰਾ ਹੋ ਗਿਆ ऑब्जेक्ट। राम हो गया सब्जेक्ट, पहुंच चुका है वर्ब ते हो गया ऑब्जेक्ट। अकॉर्डिंग टू द रूल आप सेंटेंस चेंज करांगे, सब्जेक्ट हैज हैव ते वर्ब दी थर्ड फॉर्म। सब्जेक्ट की हो गया राम, सिंगुलर है ते हैज लगेगा हैज, पहुंच, रीच, रीच्ड। तो सेंटेंस मेरा हो गया राम हैज रीच्ड एट स्कूल। सो अगर मैं हुन सेंटेंस लिखना होवे, ਅਸੀਂ मैच ਜਿੱਤ ਚੁੱਕੇ ਹਾਂ, ਅਸੀਂ ਮੈਚ ਜਿੱਤ ਚੁੱਕੇ ਹਾਂ। ਇਹਦੇ ਵਿੱਚ ਸਭ ਤੋਂ ਪਹਿਲਾਂ ਸਬਜੈਕਟ ਆਬਜੈਕਟ ਫਾਈਂਡ ਕਰਾਂਗੇ। ਸਬਜੈਕਟ ਕੀ ਹੋ ਗਿਆ ਰਾਮ, ਸੌਰੀ ਇਹਦੇ ਚੋਂ ਸਬਜੈਕਟ ਕੀ ਹੋ ਗਿਆ ਅਸੀਂ, ਵਰਬ ਕੀ ਹੋਏਗੀ ਐਕਟੀਵਿਟੀ ਕੀ ਕੀਤੀ ਉਹਨਾਂ ਨੇ ਜਿੱਤ ਚੁੱਕੇ ਹਾਂ, ਤੇ ਆਬਜੈਕਟ ਹੋ ਗਿਆ ਮੈਚ।
ठीक है, ਹੁਣ ਰੂਲ ਦੇ ਅਕੋਰਡਿੰਗ ਸੈਂਟੈਂਸ ਨੂੰ ਚੇਂਜ ਕਰਾਂਗੇ। we have ਜਿੱਤ। when ਆਏਗਾ verb ਦੀ ਫਰਸਟ ਫਾਰਮ won ਤੇ won ਦਾ ਮੈਚ। ਤੁਹਾਨੂੰ ਕਿਹਾ ਸੀ ਸੁਖਦੀਪ ਆਪਣੇ ਦੋਸਤ ਨਾਲ ਬਾਜ਼ਾਰ ਪਹੁੰਚ ਚੁੱਕਾ ਹੈ। ਇਹ ਤੁਸੀਂ ਖੁਦ ਟਰਾਈ ਕਰਕੇ ਦੇਖਿਓ ਤੇ ਇਹਦਾ ਕਮੈਂਟਸ ਦੇ ਵਿੱਚ ਆਨਸਰਸ ਜ਼ਰੂਰ ਲਿਖਿਓ। ਨੈਕਸਟ ਨੈਗੇਟਿਵ। ਨੈਗੇਟਿਵ ਦੇ ਵਿੱਚ ਥਰਡ ਨੰਬਰ ਤੇ ਨੋਟ ਲੱਗ ਜਾਏਗਾ, ਬਾਕੀ ਸਾਰਾ ਰੂਲ ਐਜ਼ ਇਟ ਇਜ਼ ਰਹਿ ਜਾਏਗਾ। ਜਿਵੇਂ ਕਿ ਸਬਜੈਕਟ ਹੈਜ਼ ਹੈਵ ਨੋਟ verb ਦੀ ਥਰਡ ਫਾਰਮ ਨਾਲ object। ਠੀਕ ਹੈ, ਸੋ ਰਾਮ ਸਕੂਲ नहीं पहुंच चुका है। सेम वही सेंटेंस जस्ट ਉਹਦੇ ਤੀਜੇ ਨੰਬਰ ਤੇ ਨੋਟ ਲੱਗ ਜਾਏਗਾ। ਠੀਕ ਹੈ, ਨੈਗੇਟਿਵ ਦੇ ਨੈਗੇਟਿਵ ਦਾ ਜਿਹੜਾ ਸੈਕਿੰਡ ਐਗਜ਼ਾਮਪਲ ਹੈ, ਅਸੀਂ ਮੈਚ ਨਹੀਂ ਜਿੱਤ ਚੁੱਕੇ ਹਾਂ। we have not ਥਰਡ ਨੰਬਰ ਤੇ ਨੋਟ, ਬਾਕੀ ਸਾਰਾ won ਦਾ ਮੈਚ। ਠੀਕ ਹੈ, ਨੈਕਸਟ ਇੰਟਰੋਗੇਟਿਵ ਸੈਂਟੈਂਸ। ਇੰਟਰੋਗੇਟਿਵ ਦੇ ਵਿੱਚ ਜਦੋਂ ਆਪਾਂ ਰੂਲਸ ਲਿਖਣਾ, ਜਿਹੜੀ ਵੀ ਆਪਣੀ ਹੈਲਪਿੰਗ ਵਰਬ ਹੋਏਗੀ ਉਹ ਹਮੇਸ਼ਾ ਫਸਟ ਨੰਬਰ ਤੇ ਆ ਜਾਏਗੀ। ਸੋ ਇਹਦੇ ਵਿੱਚ ਆਪਣੀ ਹੈਲਪਿੰਗ ਵਰਬ ਕੀ ਹੈ, has have। ਸਬਜੈਕਟ verb ਦੀ ਥਰਡ ਫਾਰਮ ਨਾਲ object ਤੇ ਲਾਸਟ ਤੇ ਕੁਐਸਚਨ ਮਾਰਕ। ਕਿ ਰਾਮ ਸਕੂਲ ਪਹੁੰਚ ਚੁੱਕਾ ਹੈ। सेकेंड होगी कि ਅਸੀਂ मैच जित चुके हैं। Has Ram won the match? Have we won the match? लास्ट से क्वेश्चन मार्क इंटरोगेटिव च आना ही आना। ठीक है, ਨੈਕਸਟ ਉਸ ਤੋਂ ਬਾਅਦ ਕਰਨਾ ਹੈ ਨੈਗੇਟਿਵ ਇੰਟਰੋਗੇਟਿਵ। ਨੈਗੇਟਿਵ ਇੰਟਰੋਗੇਟਿਵ ਦੇ ਵਿੱਚ ਸੇਮ ਇੰਟਰੋਗੇਟਿਵ ਦੀ ਤਰ੍ਹਾਂ ਹੀ ਰੂਲ ਰਹੇਗਾ, ਜਸਟ ਥਰਡ ਨੰਬਰ ਤੇ ਨੋਟ ਲੱਗ ਜਾਏਗਾ, ਜਿਹੜੀ ਵਰਬ ਹੈ ਉਹ ਫੋਰਥ ਨੰਬਰ ਚਲ ਜਾਏਗੀ। So has have subject not verb ਦੀ third form ਨਾਲ object। कि राम स्कूल नहीं पहुंच चुका है। has Ram not reached at school। so next example ਜਿਹੜੀ ਹੈ ਕਿ ਅਸੀਂ ਮੈਚ ਨਹੀਂ ਜਿੱਤ ਚੁੱਕੇ ਹਾਂ। ਇਹ ਵਾਲੀ ਐਗਜ਼ਾਮਪਲ ਤੁਸੀਂ ਸੋਲਵ ਕਰਕੇ ਦੱਸੋ ਕਮੈਂਟਸ ਦੇ ਵਿੱਚ ਕਿ ਹਾਂ ਦਾ ਆਨਸਰ ਕੀ ਹੋਏਗਾ। ਸੋ ਨੈਕਸਟ ਟੈਂਸ ਆਪਾਂ ਕਰਾਂਗੇ ਪਾਸਟ ਪਰਫੈਕਟ ਟੈਂਸ। ਸੋ ਪਾਸਟ ਪਰਫੈਕਟ ਟੈਂਸ ਦੀ
Definition ਹੁੰਦੀ ਹੈ the past perfect tense in English describes an action that was completed before another action in the past. So ਜਦੋਂ ਵੀ ਤੁਸੀਂ ਕੋਈ ਐਕਟੀਵਿਟੀ ਨਿਊ ਸਟਾਰਟ ਕਰਦੇ ਆ ਉਸ ਤੋਂ ਪਹਿਲਾਂ ਕੋਈ ਕੰਮ ਕੰਪਲੀਟ ਹੋ ਜਾਵੇ ਉਸ ਨੂੰ ਆਪਾਂ ਪਾਸਟ ਪਰਫੈਕਟ ਕਹਿੰਦੇ ਮਤਲਬ ਕਿ ਕੋਈ ਪਾਸਟ ਦੇ ਵਿੱਚ ਕੋਈ ਐਕਟੀਵਿਟੀ ਜਿਹੜੀ ਤੁਸੀਂ ਸਟਾਰਟ ਕੀਤੀ ਸੀ ਉਹ ਖਤਮ ਹੋ ਜਾਵੇ ਤੇ ਉਸ ਨੂੰ ਆਪਾਂ ਪਾਸਟ ਪਰਫੈਕਟ ਟੈਂਸ ਕਹਿੰਦੇ ਆ। ਸੋ ਇਹਦੀ ਪਹਿਚਾਣ ਕੀ ਹੁੰਦੀ ਹੈ? ਚੁੱਕਾ ਸੀ, ਚੁੱਕੀ ਸੀ, ਚੁੱਕੇ ਸਨ, ਚੁੱਕੀਆਂ ਸਨ। ਸੋ ਰੂਲ ਹੁੰਦਾ ਇਹਦਾ ਜਿੱਥੇ ਆਪਾਂ ਪ੍ਰੈਜ਼ੈਂਟ ਪਰਫੈਕਟ ਦੇ ਵਿੱਚ ਹੈਜ਼ ਆਪ ਲਗਾਉਂਦੇ ਆ ਇਹਦੇ ਵਿੱਚ ਸਿਰਫ ਹੈਡ ਲੱਗੇਗਾ, ਹੈਡ ਦੇ ਨਾਲ verb ਦੀ ਥਰਡ ਫਾਰਮ। ਰਾਮ ਸਕੂਲ ਪਹੁੰਚ ਚੁੱਕਾ ਸੀ। ਸਬਜੈਕਟ ਆਬਜੈਕਟ ਫਾਈਂਡ ਕਰਾਂਗੇ, ਆਫਟਰ ਦੈਟ ਆਪਾਂ ਇਹਨੂੰ ਇੰਗਲਿਸ਼ 'ਚ ਚੇਂਜ ਕਰਾਂਗੇ। ਰਾਮ ਹੋ ਗਿਆ ਸਬਜੈਕਟ, ਪਹੁੰਚ ਚੁੱਕਾ ਸੀ verb ਮਤਲਬ ਕੋਈ ਐਕਟੀਵਿਟੀ ਉਹਨੇ ਪਰਫਾਰਮ ਕੀਤੀ ਹੈ ਤੇ ਇਹ ਆਪਣਾ ਮਿਡ ਵਾਲਾ ਆਬਜੈਕਟ। ਸੋ ਇਹਨੂੰ ਹੁਣ ਇੰਗਲਿਸ਼ 'ਚ ਚੇਂਜ ਕਰਾਂਗੇ। ਰਾਮ had reached at school. reached ਥਰਡ ਫਾਰਮ ਵੀ reached ed ਰਹੇਗਾ। ਜਿਵੇਂ ਕਿ ਇੱਕ ਐਗਜ਼ਾਮਪਲ ਲਗਾਈ ਸੀ, ਸੁਖਦੀਪ ਆਪਣੇ ਦੋਸਤ ਨਾਲ ਬਾਜ਼ਾਰ ਜਾ ਚੁੱਕਾ ਸੀ। ਇਹਦੇ ਵਿੱਚੋਂ ਸਬਜੈਕਟ ਕੀ ਹੋ ਗਿਆ? ਸੁਖਦੀਪ ਜਾ ਚੁੱਕਾ ਸੀ। ਵਾਓ। ਤੇ ਜਿਹੜਾ ਮਿਡ ਵਾਲਾ ਸਾਰਾ ਪਾਰਟ ਬਚ ਗਿਆ ਇਹ ਸਾਰਾ ਆਬਜੈਕਟ ਹੋ ਗਿਆ। ਸੋ ਹੁਣ ਇਹਨੂੰ ਇੰਗਲਿਸ਼ 'ਚ ਕਨਵਰਟ ਕਰਾਂਗੀ। ਐਜ਼ ਇਟ ਇਜ਼ ਸੁਖਦੀਪ ਆ ਗਿਆ ਸਬਜੈਕਟ। ਸੋ ਨੈਕਸਟ ਆ ਕੀ ਆਏਗਾ? ਹੈਡ ਗੋ। ਜਾ ਚੁੱਕਾ ਸੀ ਮੀਨਸ go went gone. Sukhdeep had gone to market ਦੋਸਤ ਨਾਲ with his friend। ਤੁਹਾਨੂੰ ਕੋਈ ਵੀ ਸੈਂਟੈਂਸ ਸੋਲਵ ਕਰਨਾ ਉਹਦੇ 'ਚ ਸਬਜੈਕਟ ਤੇ ਵਰਬ ਫਾਈਂਡ ਕਰਨੀ ਆਉਣੀ ਚਾਹੀਦੀ। ਉਸ ਤੋਂ ਬਿਨਾਂ ਤੁਸੀਂ ਸਬਜੈਕਟ ਉਸ ਤੋਂ ਬਿਨਾਂ ਤੁਸੀਂ ਸੈਂਟੈਂਸ ਨਹੀਂ ਸੋਲਵ ਕਰ ਸਕਦੇ, ਮੀਨਸ ਕਨਵਰਟ ਨਹੀਂ ਕਰ ਸਕਦੇ। ਨੈਕਸਟ ਨੈਗੇਟਿਵ ਸੈਂਟੈਂਸ। ਨੈਗੇਟਿਵ ਦੇ ਵਿੱਚ ਨॉट ਥਰਡ ਨੰਬਰ ਤੇ ਆ ਜਾਏਗਾ, ਬਾਕੀ ਸਾਰਾ ਰੂਲ ਸੇਮ ਰਹੇਗਾ। had not verb ਦੀ ਥਰਡ ਫਾਰਮ ਪਲੱਸ ਆਬਜੈਕਟ। ਮੈਂ ਹੁਣ ਇਹੀ ਵਾਲੀ ਐਗਜ਼ਾਮਪਲ ਨੂੰ ਸੋਲਵ ਕਰਾਂਗੀ। ਸੁਖਦੀਪ ਆਪਣੇ ਦੋਸਤ ਨਾਲ ਬਾਜ਼ਾਰ ਨਹੀਂ ਜਾ ਚੁੱਕਾ ਸੀ। ਸੋ ਇਹਦੇ ਚੋਂ ਸਬਜੈਕਟ ਆਬਜੈਕਟ ਸੇਮ, ਸਬਜੈਕਟ verb ਤੇ ਆ ਸਾਰਾ ਆਬਜੈਕਟ ਹੋ ਗਿਆ। ਇਹਦੇ ਵਿੱਚ ਸੇਮ ਉੱਪਰ ਵਾਲੇ ਦੀ ਤਰ੍ਹਾਂ ਹੀ ਸੈਂਟੈਂਸ ਰਹੇਗਾ, ਜਸਟ ਥਰਡ ਨੰਬਰ ਤੇ ਨॉट। ਸੁਖਦੀਪ had not gone to market with his friend। ਠੀਕ ਹੈ, ਥਰਡ ਨੰਬਰ ਤੇ ਨॉट, ਬਾਕੀ ਸਾਰਾ ਸੈਂਟੈਂਸ ਸੇਮ। ਨੈਕਸਟ ਇਹਦੇ ਵਿੱਚ ਮੈਂ ਤੁਹਾਨੂੰ ਸੈਕਿੰਡ ਜਿਹੜੀ ਐਗਜ਼ਾਮਪਲ ਹੈ ਚੇਂਜ ਕਰਵਾਵਾਂਗੀ। ਮਹਿਮਾਨ ਨਹੀਂ ਜਾ
ਕੇ ਸਨ। ਸੋ ਇਹਦੇ ਵਿੱਚ ਹੁਣ ਤੁਸੀਂ ਦੇਖੋ ਕਿ ਮਹਿਮਾਨ ਤਾਂ ਹੋ ਗਿਆ ਆਪਣਾ ਸਬਜੈਕਟ, ਜਾ ਚੁੱਕੇ ਸਨ ਵਰ, ਇਹ ਹੋ ਗਿਆ ਆਪਣਾ ਨੋਟ, ਇਹਦੇ ਵਿੱਚ ਆਬਜੈਕਟ ਮਿਸਿੰਗ ਹੈ। ਸੋ ਉਸ ਤੋਂ ਬਿਨਾਂ ਕਿੱਦਾਂ ਆਪਾਂ ਸੈਂਟੈਂਸ ਬਣਾਵਾਂਗੇ। ਮਹਿਮਾਨ ਮੀਨਸ guest according to the rule। सेकंड नंबर ते had, थर्ड ते not, जा चुके gone। क्यों? क्योंकि go, went, gone। इंटरोगेटिव हैड फ्रंट ते आ जाएगा सब्जेक्ट, फिर उसके बाद वर्ब दी थर्ड फॉर्म प्लस ऑब्जेक्ट प्लस क्वेश्चन मार्क कि मेहमान जा चुके सन। ਇਹਦੇ ਵਿੱਚੋਂ ਸੇਮ ऑब्जेक्ट वगैरह फाइंड किया, सब्जेक्ट फाइंड किया, ऑब्जेक्ट है नहीं, सो सेम वही बन गया, हैड फ्रंट पे आ जाएगा, बाकी सारा एज इट इज रह जाएगा। हैड सब गेस्ट गॉन की राम स्कूल पहुंच चुका सी। ये वाली एग्जांपल जी आप सब तो पहले सॉल्व की थी। had Ram reached school। नेक्स्ट उस तो बाद नेगेटिव इंटरोगेटिव, नेगेटिव इंटरोगेटिव दे विच थर्ड नंबर ते नॉट, बाकी नेगेटिव रूल सेम। had subject, third ते not, verb the third form plus subject ते last ते क्वेश्चन मार्क कि मेहमान नहीं जा चुके सन। कि राम स्कूल नहीं पहुंच चुका सी। सेम had guessed, थर्ड ते not, सेम मेरी तरह not gone, थर्ड नंबर ते not, बाकी सेम आ जाएगा क्लास से क्वेश्चन मार्क। राम had Ram not reached at school। ਜਿਵੇਂ ਕਿ ਇਹ ਹੋਗੀ ਤੁਹਾਡੀ ਹੈਲਪਿੰਗ ਵਰਬ, ਇਹ ਹੋਗਾ ਸਬਜੈਕਟ ਵਰਬ, ਤੇ ਇਹ ਹੋਗਾ ਤੁਹਾਡਾ ਨੋਟ। ऑब्जेक्ट ਵਿੱਚ ਹੈ ਨਹੀਂਗਾ, ਸਬਜੈਕਟ ऑब्जेक्ट प्लस नॉट, ਇਹ ਹੋਗਾ ਤੁਹਾਡਾ ਵਰਬ, ਤੇ ਇਹ ਹੋਗੀ ਤੁਹਾਡੀ ਹੈਲਪਿੰਗ ਵਰਬ। ਰੂਲ ਦੇ ਅਕੋਰਡਿੰਗ ਸਾਰੇ ਵਰਡਸ ਨੂੰ ਚੇਂਜ ਕਰ ਦਿੱਤਾ। ਸੋ ਨੈਕਸਟ ਹੁਣ ਕਰਾਂਗੇ ਫਿਊਚਰ ਪਰਫੈਕਟ ਟੈਂਸ। Future perfect tense की definition होती है, it describes an action that will be completed before another action or a specific time in the future। जो कोई एक्टिविटी कोई एक्टिविटी जी है फ्यूचर कंप्लीट होगा एक स्पेसिफिक टाइम पे या टाइम तो पहले कंप्लीट हो जाए, वो फ्यूचर परफेक्ट टेंस इंक्लूडेड होता है। सो इसकी पहचान होती है चुका होवेगा, होवेगी, कि होवे, होवेगा,
ਹੋਣਗੀਆਂ। ਸੋ ਇਹਦਾ ਰੂਲ ਹੁੰਦਾ ਹੈ, ਜਿਵੇਂ ਆਪਾਂ ਵਿੱਚ will have plus verb ਦੀ third form as subject। ਇਹਦੇ ਵਿੱਚ ਐਗਜ਼ਾਮਪਲ ਹੋ ਗਈ ਮਹਿਮਾਨ ਜਾ ਚੁੱਕੇ ਹੋਣਗੇ। ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚੋਂ ਸਬਜੈਕਟ ਆਬਜੈਕਟ ਫਾਈਂਡ ਕਰੋ। ਜਿਵੇਂ ਕਿ ਮਹਿਮਾਨ ਕੀ ਹੋ ਗਿਆ ਸਬਜੈਕਟ, ਜਾ ਚੁੱਕੇ ਹੋਣਗੇ verb, ਇਹਦੇ ਵਿੱਚ ਆਬਜੈਕਟ ਮਿਸਿੰਗ ਹੈ। ਸੋ ਅਕੋਰਡਿੰਗ ਟੂ ਦਾ ਰੂਲ ਆਪਾਂ ਸੈਂਟੈਂਸ ਨੂੰ ਚੇਂਜ ਕਰ ਦੇਣਾ, ਗੈਸਟ will have go went gone। नेक्स्ट राम स्कूल जा चुका होगा। राम will have gone to school। ਇਹਦੇ ਵਿੱਚ gone to school ਕਿਵੇਂ ਆਇਆ ਕਿ ਰਾਮ ਕੀ ਹੋ ਗਿਆ ਇੱਕ ਸਬਜੈਕਟ, ਜਾ ਚੁੱਕਾ ਹੋਵੇਗਾ verb ਹੋ ਗਈ, ਜੋ ਮਿਡ ਵਾਲਾ ਪਾਰਟ ਬਚ ਗਿਆ ਉਹ ਹੋ ਗਿਆ ਆਬਜੈਕਟ। ਸੋ ਅਕੋਰਡਿੰਗ ਟੂ ਦਾ ਰੂਲ ਮੈਂ ਸਾਰੇ ਵਰਡ ਸਕਿਪ ਕਰ ਦਿੱਤੇ, ਉਹਨੂੰ ਚੇਂਜ ਕਰ ਦਿੱਤਾ। ਨੈਗੇਟਿਵ ਸਬਜੈਕਟ ਥਰਡ ਨੰਬਰ ਤੇ not, ਸਬਜੈਕਟ will not, will have ਜਿਹੜਾ ਫੋਰਥ ਤੇ ਚਲ ਜਾਏਗਾ ਤੇ verb ਫਿਫਥ ਤੇ। ਐਗਜ਼ਾਮਪਲ ਮਹਿਮਾਨ ਨਹੀਂ ਜਾ ਚੁੱਕੇ ਹਨ, ਚੁੱਕੇ ਹੋਣਗੇ। ਸੇਮ ਉਹੀ ਸੈਂਟੈਂਸ ਦੇ ਵਿੱਚ ਥਰਡ ਨੰਬਰ ਤੇ not ਲੱਗ ਜਾਏਗਾ। will not have gone। ਹੁਣ ਜਦੋਂ ਤੁਸੀਂ ਇੰਟਰੋਗੇਟਿਵ ਕਰਨਾ ਹੈ, ਇੰਟਰੋਗੇਟਿਵ ਦੇ ਵਿੱਚ ਤੁਹਾਡਾ will ਜਿਹੜਾ ਫਰਸਟ ਤੇ ਆ ਜਾਏਗਾ, ਫਿਰ ਸਬਜੈਕਟ, ਫਿਰ have, ਫਿਰ verb ਦੀ ਥਰਡ ਫਾਰਮ, ਫਿਰ ਆਬਜੈਕਟ ਤੇ ਲਾਸਟ ਤੇ ਕੁਐਸਚਨ ਮਾਰਕ। ਸੋ ਇੱਥੇ ਕੀ ਮਹਿਮਾਨ ਜਾ ਚੁੱਕੇ ਹੋਣਗੇ, will guest have gone। ਸੋ ਇਹ ਸੀਗੀ ਐਗਜ਼ਾਮਪਲ। ਅਗਰ ਇਹਦੇ ਵਿੱਚ ਲਿਖਣਾ ਹੋਵੇ ਅਸੀਂ, ਨੈਕਸਟ ਸੈਕਿੰਡ ਐਗਜ਼ਾਮਪਲ ਹੈਗੀ ਹੈ ਅਸੀਂ ਮੈਚ ਜਿੱਤ, ਸੌਰੀ ਕੀ ਅਸੀਂ ਮੈਚ ਜਿੱਤ ਚੁੱਕੇ ਹੋਵਾਂਗੇ। will ਇਹਦਾ ਸਬਜੈਕਟ, ਜਿੱਤ ਚੁੱਕੇ ਹੋਵਾਂਗੇ verb, ਇਹਦਾ ਆਬਜੈਕਟ, ਇਹ ਹੋਗੀ ਹੈਲਪਿੰਗ ਵਰਬ। So will we have won the, will won they won। Will we have won the match। Next negative interrogative, will subject third not, will
sorry, have third form plus object and question mark कि मेहमान नहीं जा चुके होंगे सेम उदी बन जाएगा will guest not have gone सर थर्ड नंबर ਦੇ ਨੋਟ ਬਾਕੀ ਸਾਰਾ ਰੂਲ ਚੇਂਜ रहेगा इंटरोगेटिव तरह होने ਵਿੱਚ मैं एग्जांपल दे रहा हूं कि ये से मैच नहीं जीत चुके होंगे ऐसे मैच नहीं जीत चुके होंगे ਸੋ ਲਾਸਟ ਐਗਜ਼ਾਮਪਲ ਹੈਗੀ ਹੈ ਕਿ ਅਸੀਂ ਮੈਚ ਨਹੀਂ ਜਿੱਤ ਚੁੱਕੇ ਹੋਵਾਂਗੇ ਅਕੋਰਡਿੰਗ ਟੂ ਦਾ ਰੂਲ ਸਭ ਤੋਂ ਪਹਿਲਾਂ ਵਿਲ ਵੀ ਨਾਟ ਹੈਵ ਜਿੱਤ won the match ਲਾਸਟ ਤੇ ਕੁਐਸਚਨ ਮਾਰਕ ਸੋ ਇਹ ਸੀਗਾ ਆਪਣਾ ਫਿਊਚਰ ਇੰਡੈਫੀਨਿਟ ਸੋ ਇਹ ਸੀਗਾ ਆਪਣਾ ਫਿਊਚਰ ਪਰਫੈਕਟ ਟੈਂਸ ਸੋ ਨੈਕਸਟ ਤੁਸੀਂ ਹੋਰ ਵੀਡੀਓਜ਼ ਦੇਖਣ ਦੇ ਲਈ ਤੁਸੀਂ ਸਾਨੂੰ ਸਬਸਕ੍ਰਾਈਬ ਕਰੋ ਤੇ ਨੈਕਸਟ ਵੀਡੀਓ ਆਪਾਂ ਬਣਾਵਾਂਗੇ ਪਰਫੈਕਟ ਕੰਟੀਨਿਊਸ ਟੈਂਸ ਦੀ ਜਿਹਦੇ ਵਿੱਚ ਆਪਾਂ ਪ੍ਰੈਜ਼ੈਂਟ ਪਾਸਟ ਤੇ ਫਿਊਚਰ ਪਰਫੈਕਟ ਕੰਟੀਨਿਊਸ ਟੈਂਸ ਕਰਾਂਗੇ ਸੋ ਲਾਈਕ ਕਰਿਓ ਸ਼ੇਅਰ ਕਰਿਓ ਥੈਂਕ ਯੂ हेलो एवरीवन आई एम फ्रॉम ट्रू लव एजुकेशन सो आज आप करेंगे परफेक्ट कंटीन्यूअस टेंस सो परफेक्ट कंटीन्यूअस टेंस जो होता है ये डेफिनेशन होती है it is not a single grammatical tense but it is a combination of continuous and perfect tense मीन्स कि ਨੂੰ ਕੰਬਾਈਨ ਕਰਕੇ ਬਣਦਾ ਹੈ ਜਿਵੇਂ ਕਿ ਕੰਟੀਨਿਊਸ से परफेक्ट ਨੂੰ ਕੰਬਾਈਨ ਕਰਕੇ परफेक्ट कंटीन्यूअस टेंस बनता है सो ਹੁਣ ਆਪਾਂ ਕਰਾਂਗੇ ਪ੍ਰੈਜ਼ੈਂਟ ਪਾਸਟ ਪਰਫੈਕਟ ਕੰਟੀਨਿਊਸ Music definition ਹੁੰਦੀ ਹੈ it describe an action that began in the past and is still continuing in the present or has just recently stopped with the noticeable impact on the present means ਕਿ ਤੁਸੀਂ ਕੋਈ ਐਕਟੀਵਿਟੀ ਪਾਸਟ ਤੋਂ ਕਰ ਰਹੇ ਸੀ ਤੇ ਉਹ ਤੁਹਾਡੀ ਜਿਹੜੀ ਐਕਟੀਵਿਟੀ ਹੈ ਪ੍ਰੈਜ਼ੈਂਟ ਚ ਆ ਕੇ ਹੁਣ ਰੀਸੈਂਟਲੀ ਖਤਮ ਹੋਈ ਹੈ ਉਸ ਨੂੰ ਆਪਾਂ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਟੈਂਸ ਕਹਿੰਦੇ ਆ ਸੋ ਇਹਦੀ ਪਹਿਚਾਣ ਹੁੰਦੀ ਹੈ ਸੋ ਇਹਦੀ ਪਹਿਚਾਣ ਹੁੰਦੀ ਹੈ तो रहा है तो रही है तो रहे ਹਨ तो ਰਹੀਆਂ ਹਨ ਸੋ ਨੈਕਸਟ ਇਹਦੇ ਵਿੱਚ ਕੀ ਤੁਹਾਨੂੰ ਟਾਈਮ ਡੇਟ ਡੇ ਈਅਰ ਇਦਾਂ ਦਾ ਕੁਛ ਨਾ ਕੁਛ ਮੈਂਸ਼ਨ ਹੋਏਗਾ ਜੇ ਤੋਂ ਤੁਹਾਨੂੰ ਕਲੀਅਰ ਹੋਏਗਾ ਕਿ ਉਹ ਪਰਫੈਕਟ ਕੰਟੀਨਿਊਸ ਟੈਂਸ ਹੈ ਫॉर एग्जांपल वो 10 बजे तो क्रिकेट खेल रहा है सो रहा है एंड प्लस टाइम ਦਿੱਤਾ ਹੋਇਆ ਹੈ ਮੀਨਸ ਕਿ ਤੁਸੀਂ ਕੋਈ ਵੀ ਪਰਫੈਕਟ ਕੰਟੀਨਿਊਸ ਟੈਂਸ ਕਰਨਾ ਹੈ ਉਹਦੇ ਵਿੱਚ ਤੁਹਾਨੂੰ ਟਾਈਮ ਈਅਰ ਡੇਟ ਡੇ ਕੁਛ ਨਾ ਕੁਛ ਮੈਂਸ਼ਨ ਹੋਏਗਾ ਜੇ ਤੋਂ ਆਪਾਂ ਨੂੰ ਪਤਾ ਲੱਗ ਜਾਏਗਾ ਕਿ ਉਹ ਪਰਫੈਕਟ ਕੰਟੀਨਿਊਸ ਟੈਂਸ ਹੈ ਸੋ ਇਹਨਾਂ ਨੂੰ ਰਿਪਰੈਜ਼ੈਂਟ ਕਰਨ ਦੇ ਲਈ ਆਪਾਂ ਦੋ ਵਰਡ ਯੂਜ਼ ਕਰਦੇ ਹਾਂ ਸਿੰਸ ਔਰ ਫॉर ਸੋ ਸਿੰਸ ਜਿਹੜਾ ਵਰਡ ਹੈ ਜਦੋਂ when you are when you are confirmed about time day year
डे, ईयर, मंथ, इन्हां चीज़ों बारे जो तुसी कन्फर्म हो, जिवें कि तुसी इस सेंटेंस दे विच वो 10 मिनट तो क्रिकेट खेल रहा है, मतलब कि पर्टिकुलर टाइम है ਉਹਦੇ ਵਿੱਚ ਉਹਦੇ ਕੋਲ, एंड फॉर उत्थे यूज होएगा ਜਦੋਂ ਤੁਸੀਂ ਕਨਫਰਮ ਨਹੀਂ ਹੈਗੇ, ਜਿਵੇਂ ਉੱਥੇ ਲਿਖਿਆ ਹੋਵੇ few days, many years, 2 hours, for some minute, ਇੱਦਾਂ ਦਾ ਕੁਛ ਵੀ ਗਿਵਨ ਹੋਵੇ ਦੈਨ ਉੱਥੇ for यूज ਹੋਏਗਾ। ਨੈਕਸਟ ਹੁਣ ਆਪਾਂ ਇਹਦਾ ਰੂਲ ਦੇਖਦੇ ਹਾਂ। ਰੂਲ ਦੇ ਵਿੱਚ ਕੀ ਹੁੰਦਾ ਹੈ, ਸੋ ਨੈਕਸਟ ਇਹਦੇ ਵਿੱਚ ਰੂਲ ਲੱਗਦਾ ਹੈ ਸਬਜੈਕਟ perfect tense ਦੇ has have continue has have been verb the first form ਨਾਲ ing plus object sense or form। ਸੋ ਜਿਹੜਾ has ਹੈ ਉਹ ਸਿੰਗਲਰ ਨਾਲ यूज ਹੋਏਗਾ, एंड ਜਿਹੜਾ have है प्लूरल ਨਾਲ। नेक्स्ट ਆਪਾਂ ਹੁਣ ਇਹ ਵਾਲੀ एग्जांपल सॉल्व ਕਰਾਂਗੇ। ਉਹ 10 ਵਜੇ ਤੋਂ क्रिकेट खेल रहा है। एग्जांपल मैं डिफाइन करती हूँ। ਉਹ 10 ਵਜੇ ਤੋਂ क्रिकेट खेल रहा है। सो ਇਹਦੇ ਵਿੱਚੋਂ ਪਹਿਲਾਂ ਸਭ ਤੋਂ ਪਹਿਲਾਂ सब्जेक्ट ऑब्जेक्ट फाइंड करना, खेल रहा है वर्ब होगी, ए ऑब्जेक्ट प्लस सारा होगा, ठीक है। सो रूल के अकॉर्डिंग सब तो पहला सब्जेक्ट आएगा। सब्जेक्ट की है ओ किसी मुंडे बारे गल कर रहा है, ही हैज आप दे विचों ही की है सिंगुलर है, हैज अकॉर्डिंग टू द रूल बीन, फिर वर्ब दी फर्स्ट फॉर्म नाल आईएनजी, हैज बीन प्लेइंग क्रिकेट। और ये आप तो कन्फर्मेशन है कि हाँ वो 10 बजे तो क्रिकेट खेल रहा है सिंस 10 o'clock। सो नेक्स्ट करेंगे नेगेटिव सब्जेक्ट has not been of the first form ing plus object last से sense और for then उसके बाद उसी टाइम मेंशन करना है, टाइम डे गिवन ईयर जो भी टाइम गिवन है सारा उसे मेंशन करना है। सो ਇਹਦੇ ਵਿੱਚ थर्ड नंबर ਤੇ नॉट लगाएगा, बाकी सारा कुछ सेम रहेगा। वो 10 बजे तो क्रिकेट खेल रहा है। ठीक है, ਇਹਦੇ ਚੋਂ ਫਿਰ ਉਹੀ सेम सेंटेंस ही है, he has been sorry he has not been playing cricket since 10 o'clock। नेक्स्ट इंटरोगेटिव, इंटरोगेटिव ਦੇ ਵਿੱਚ ਜਿਹੜੀ has have है, has have हेल्पिंग वर्ब है, वो फर्स्ट से आ जाएगी, फिर उसके बाद सब्जेक्ट, फिर बीन,
of the first formal ing object. ठीक है, कि ओ ठीक है, सेम ही सेंटेंस which has the front आ जाएगा, has he been playing cricket since 10 o'clock? which next example करेंगे कि ਤੁਸੀਂ कुछ घंटिया तो किताब पढ़ रहे हो। तो सब तो पहला सब्जेक्ट ऑब्जेक्ट फाइंड करना है। सब्जेक्ट होगा तुसी पढ़ रहे हो, वर्ब ये हो गया ऑब्जेक्ट एंड हेल्पिंग वर्ब। सो अकॉर्डिंग टू द रूल ਆਪਾਂ ਇਹਨੂੰ ਚੇਂਜ ਕਰ ਦਾਂਗੇ। ਤੁਸੀਂ ਕੀ ਇਹ ਜ਼ਿਆਦਾ ਹੋ ਗਏ, have ਤੁਸੀਂ you have you been reading a book for few hours? और थे इसका ऐसा लगा कि कुछ घंटे मीन ही कोई पर्टिकुलर टाइम नहीं होता, मतलब कुछ घंटे कोई भी हो सकते, कल के भी हो सकते, परसों के भी हो सकते हैं, या पिछले रूल रहेगा जस्ट थर्ड नंबर द नॉट एज अ subject, not being from the first formula object, from the first formula ing plus object and since or for and last से क्वेश्चन मार्क। ये एग्जांपल सॉल्व करेंगे कि वो 10 बजे तो क्रिकेट खेल रहा है, has not been playing cricket since 10 o'clock। सो ये सीधा अपना प्रेजेंट परफेक्ट कॉन्टिन्यूस। सो नेक्स्ट हम आप करेंगे पास्ट परफेक्ट कॉन्टिन्यूस। नेक्स्ट है पास्ट परफेक्ट कॉन्टिन्यूस टेंस। So the definition it describes an action that started in the past, continue for a period of time and before another action or time in the past। ਜਦੋਂ ਕੋਈ ਆਪਾਂ ਐਕਟੀਵਿਟੀ ਸਟਾਰਟ ਕਰਦੇ ਹਾਂ ਤੇ ਉਹ ਪਾਸਟ ਤੱਕ ਕੰਟੀਨਿਊ ਰਹਿੰਦੀ ਹੈ ਐਂਡ ਉਹਦੇ ਵਿੱਚ ਆਪਾਂ ਨੂੰ ਟਾਈਮ, ਈਅਰ, ਮੰਥ ਇੱਦਾਂ ਕੁਛ ਵੀ ਮੈਂਸ਼ਨ ਹੋਵੇ ਸੋ ਉਹਨੂੰ ਪਾਸਟ ਪਰਫੈਕਟ ਕੰਟੀਨਿਊਸ ਕਹਿੰਦੇ, ਉਹ ਕੰਪਲੀਟ ਹੋ ਜਾਵੇ ਕਿਸੇ ਹੋਰ ਐਕਟੀਵਿਟੀ ਸਟਾਰਟ ਹੋਣ ਤੋਂ ਪਹਿਲਾਂ। ਇਹਦੀ ਪਹਿਚਾਣ ਹੁੰਦੀ ਹੈ ਰਿਹਾ। सो पास्ट परफेक्ट कॉन्टिन्यूस टेंस की पहचान होती है तो रहा सी, तो रही सी, तो रहे सन, तो रहियां सन। सो नेक्स्ट ਇਹਦਾ रूल ਹੁੰਦਾ है subject had been verb the first formal ing plus object plus since or for। सो ਜਿਹੜਾ ਆਪਾਂ had ਲਗਾਉਂਦੇ ਹਾਂ, ਸੋ ਪਰਫੈਕਟ ਟੈਂਸ ਦੀ ਜਿਹੜੀ ਹੈਲਪਿੰਗ ਵਰਬ ਹੈ had
ਪ੍ਰੈਜ਼ੈਂਟ ਵਿੱਚ ਜਿਵੇਂ ਕਿ ਆਪਾਂ ਪ੍ਰੈਜ਼ੈਂਟ ਪਰਫੈਕਟ ਵਿੱਚ ਜਾਂ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਵਿੱਚ ਹੈਜ਼ ਹੈਵ ਲਗਾਉਂਦੇ ਹਾਂ ਤੇ ਇਹਦੇ ਵਿੱਚ ਹੈਡ ਲੱਗੇਗਾ ਸਿਰਫ। ਤੇ ਕੰਟੀਨਿਊਸ ਦੀ ਵਰਬ ਦੀ ਫਰਸਟ ਫਾਰਮ ਨਾਲ ਆਈਐਨਜੀ। ਦੈਨ ਉਸ ਤੋਂ ਬਾਅਦ ਹੈ ਕਿ ਆਪਾਂ ਸਿੰਸ ਔਰ ਫॉर ਜਿਹੜਾ ਕਿੱਥੇ ਯੂਜ਼ ਕਰਦੇ ਹਾਂ। ਸੋ ਜਿਹੜਾ ਸਿੰਸ ਹੈ ਕੋਈ ਪਰਟੀਕੂਲਰ ਚੀਜ਼ ਦੇ ਨਾਲ ਯੂਜ਼ ਹੋਏਗਾ, ਜਿਵੇਂ ਕਿ 10 ਮਈ ਤੋਂ ਕੰਮ ਕਰ ਰਿਹਾ ਹੈ, ਤੇ ਫॉर ਜਿਹੜਾ ਹੈ ਉਹ ਕੁਛ ਦਿਨਾਂ ਤੋਂ। ਠੀਕ ਹੈ, ਸੋ ਇਹਦੇ 'ਚ ਐਗਜ਼ਾਮਪਲ ਹੈਗੀ ਆਪਣੀ, ਰਾਮ 2 ਵਜੇ ਤੋਂ ਸੋ ਰਿਹਾ ਸੀ। ਐਂਡ ਇਹਨੂੰ ਹੁਣ ਆਪਾਂ ਇਹਦੇ ਵਿੱਚੋਂ ਸਭ ਤੋਂ ਪਹਿਲਾਂ ਸਬਜੈਕਟ ਆਬਜੈਕਟ ਫਾਈਂਡ ਕਰਾਂਗੇ। ਆਫਟਰ ਦੈਟ ਰੂਲ ਦੇ ਅਕੋਰਡਿੰਗ ਸਾਰੇ ਵਰਡ ਜਿਹੜੇ ਆ ਸੈਂਟੈਂਸ ਨੂੰ ਚੇਂਜ ਕਰ ਦਾਂਗੇ। ਰਾਮ ਕੀ ਹੋ ਗਿਆ ਸਬਜੈਕਟ, ਸੋ ਰਿਹਾ ਸੀ ਵਰਬ, ਤੇ ਆਬਜੈਕਟ ਜੋ ਆਪਣਾ ਮਿਡ ਵਾਲਾ ਪਾਰਟ ਬਚ ਗਿਆ। ਦੈਨ ਅਕੋਰਡਿੰਗ ਟੂ ਦਾ ਰੂਲ ਮੈਂ ਸਾਰੇ ਵਰਡਸ ਲਿਖ ਦਾਂਗੀ। ਰਾਮ ਹੈਡ ਬੀਨ ਸਲੀਪਿੰਗ since 2 o'clock। ਸਿੰਸ ਇਸੇ ਤਾਂ ਕਰਕੇ ਲੱਗਾ ਹੈ ਕਿਉਂਕਿ ਜਿਹੜਾ 2 ਵਜੇ ਉਹਨਾਂ ਨੇ ਪਰਟੀਕੂਲਰ ਟਾਈਮ ਦਿੱਤਾ ਹੋਇਆ, ਮੀਨਸ ਕਿ ਅਗਰ ਉਹ ਕਹਿੰਦੇ ਕੁਝ ਘੰਟਿਆਂ ਤੋਂ ਫਿਰ ਇੱਥੇ ਫॉर ਲੱਗੇਗਾ, ਬਟ ਉਹਨੇ 2 ਵਜੇ ਪ੍ਰੋਪਰ ਟਾਈਮ ਦਿੱਤਾ ਹੈ ਤਾਂ ਕਰਕੇ ਸਿੰਸ ਲੱਗੇਗਾ। ਸੋ ਸੈਂਟੈਂਸ ਬਣ ਗਿਆ, ਰਾਮ ਹੈਡ ਬੀਨ ਸਲੀਪਿੰਗ since 2 o'clock। ਨੈਕਸਟ ਐਗਜ਼ਾਮਪਲ, ਗੀਤਾ ਕੁਝ ਘੰਟਿਆਂ ਤੋਂ ਸੋ ਰਹੀ ਸੀ। ਗੀਤਾ ਕੁਝ ਘੰਟਿਆਂ ਤੋਂ ਸੋ ਰਹੀ ਸੀ। ਇਹਦੇ ਵਿੱਚੋਂ ਵੀ ਸਭ ਤੋਂ ਪਹਿਲਾਂ ਸਬਜੈਕਟ ਆਬਜੈਕਟ ਫਾਈਂਡ ਕਰਨਾ। ਆਫਟਰ ਦੈਟ ਰੂਲ ਦੇ ਅਕੋਰਡਿੰਗ ਸੈਂਟੈਂਸ ਨੂੰ ਚੇਂਜ ਕਰ ਦੇਣਾ। ਗੀਤਾ ਹੈਡ ਬੀਨ ਸਲੀਪਿੰਗ ਫॉर few hours। ਫॉर ਇੱਥੇ ਕਿਉਂ ਲੱਗਾ, ਕਿਉਂਕਿ ਉਹਨੇ ਕੁਝ ਘੰਟਿਆਂ ਤੋਂ ਕਿਹਾ ਹੈ, ਸੋ ਦੈਟਸ ਵਾਈ ਫॉर few hours। ਨੈਕਸਟ, ਸੋ ਗੀਤਾ ਕੀ ਹੋ ਗਿਆ ਸਬਜੈਕਟ, ਸੋ ਰਹੀ ਸੀ ਵਰਬ, ਤੇ ਕੁਝ ਘੰਟਿਆਂ ਤੋਂ ਇਹ ਹੋ ਗਿਆ ਮਿਡ ਵਾਲਾ ਪਾਰਟ ਜਿਹੜਾ ਕਿ ਰਿਮੇਨਿੰਗ ਬਚ ਗਿਆ, ਇਹਨੂੰ ਆਪਾਂ ਆਬਜੈਕਟ ਕਹਾਂਗੇ। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ, ਉੱਥੇ ਉੱਪਰ ਉਹਨਾਂ ਨੇ 2 ਵਜੇ ਪ੍ਰੋਪਰ ਟਾਈਮ ਦਿੱਤਾ ਸੀਗਾ ਤੇ ਨੀਚੇ ਕੁਝ ਘੰਟੇ ਕਿਹਾ ਸੀਗਾ, ਤਾਂ ਕਰਕੇ ਉੱਥੇ ਨੀਚੇ ਫॉर ਲੱਗਾ ਹੈ। ਨੈਕਸਟ, ਹੁਣ ਜਦੋਂ ਕੋਈ ਵੀ ਆਪਾਂ ਨੈਗੇਟਿਵ ਸੈਂਟੈਂਸ ਕਰਨਾ ਹੈ, ਨੈਗੇਟਿਵ ਦੇ ਵਿੱਚ 3rd ਨੰਬਰ ਤੇ ਨੋਟ ਲੱਗੇਗਾ ਤੇ ਬਾਕੀ ਸਾਰਾ ਰੂਲ ਐਜ਼ ਇਟ ਇਜ਼ ਰਹੇਗਾ। 3rd ਨੰਬਰ ਤੇ ਨੋਟ ਲੱਗੇਗਾ, ਉਹਦੇ ਨਾਲ ਕੀ ਹੈ ਜਿਹੜਾ ਬੀਨ ਸੀਗਾ 3rd ਨੰਬਰ ਤੇ ਸੀਗਾ, ਉਹ ਹੁਣ ਨੈਗੇਟਿਵ ਦੇ ਵਿੱਚ 4th ਨੰਬਰ ਤੇ ਚੱਲ ਜਾਏਗਾ। ਮੀਨਸ ਕਿ ਰੂਲ ਕੀ ਹੋ ਗਿਆ, ਸਬਜੈਕਟ ਹੈਡ ਨੋਟ ਬੀਨ ਵਰਬ ਦੀ ਫਰਸਟ ਫਾਰਮ ਨਾਲ ਆਈਐਨਜੀ ਪਲਸ ਆਬਜੈਕਟ ਪਲਸ ਸਿੰਸ ਔਰ ਫॉर। ਸੋ ਇਹਦੇ ਵਿੱਚ ਐਗਜ਼ਾਮਪਲ ਹੈਗੀ ਹੈ, ਰਾਮ 2 ਵਜੇ ਤੋਂ ਨਹੀਂ ਸੋ ਰਿਹਾ ਸੀ। ਸੇਮ ਉੱਪਰ ਵਾਲੀ ਐਗਜ਼ਾਮਪਲ ਲਵਾਂਗੇ, ਇਹਦੇ ਵਿੱਚੋਂ ਵੀ ਸਬਜੈਕਟ ਆਬਜੈਕਟ ਫਾਈਂਡ ਕਰਕੇ ਦੈਨ ਉਸ ਤੋਂ ਬਾਅਦ ਉਹਨੂੰ ਇੰਗਲਿਸ਼ ਵਿੱਚ ਚੇਂਜ ਕਰ ਦਾਂਗੇ। ਸੋ ਸੈਂਟੈਂਸ ਹੋ ਗਿਆ, ਰਾਮ had not been sleeping since 2 o'clock। 3rd ਨੰਬਰ ਤੇ ਨੋਟ, ਬਾਕੀ ਸਾਰਾ ਸੈਂਟੈਂਸ ਐਜ਼ ਇਟ ਇਜ਼ ਰਹੇਗਾ। ਬੀਨ ਤੋਂ ਸਾਰੇ ਵਰਡ ਜਿਹੜੇ ਅੱਗੇ ਅੱਗੇ ਸ਼ਫਲ ਹੋ ਜਾਣੇ। ਨੈਕਸਟ, ਜਦੋਂ ਆਪਾਂ ਇੰਟਰੋਗੇਟਿਵ ਸੈਂਟੈਂਸ ਕਰਨਾ ਹੁੰਦਾ, ਜਦੋਂ ਆਪਾਂ ਇੱਕ ਕੁਐਸਚਨਿੰਗ ਪੁੱਟ ਕਰਨੀ ਹੈ, ਕੀ ਰਾਮ ਸੋ ਰਿਹਾ ਸੀ, ਕੀ ਰਾਮ 2 ਵਜੇ ਤੋਂ ਸੋ ਰਿਹਾ ਸੀ, ਕੁਐਸਚਨ ਪੁੱਟ ਕਰਦੇ ਪਏ ਆ ਪਾਸਟ ਪਰਫੈਕਟ ਕੰਟੀਨਿਊਸ ਦੇ ਵਿੱਚ। ਉਹਦੇ ਵਿੱਚ ਹੈਡ ਜਿਹੜੀ ਹੈ ਹੈਲਪਿੰਗ ਵਰਬ ਹੈ, ਫਸਟ ਨੰਬਰ ਤੇ ਆ ਜਾਏਗੀ। ਮੀਨਸ ਕਿ ਹੈਡ ਸਬਜੈਕਟ ਬੀਨ ਵਰਬ ਦੀ ਫਸਟ ਫਾਰਮ ਨਾਲ ਆਈਐਨਜੀ ਪਲਸ ਆਬਜੈਕਟ ਪਲਸ ਸਿੰਸ ਔਰ ਫॉर ਐਂਡ ਲਾਸਟ ਤੇ ਕੁਐਸਚਨ ਮਾਰਕ। ਕੋਈ ਵੀ ਇੰਟਰੋਗੇਟਿਵ ਹੈ, कोई भी इंटरोगेटिव सेंटेंस चेंज करना और लास्ट से क्वेश्चन मार्क आएगा। सो रूल हो गया, हैड सब्जेक्ट बीन वर्ब द फर्स्ट फॉर्म द आईएनजी प्लस ऑब्जेक्ट प्लस सेंस ऑफ फॉर। सो लास्ट से क्वेश्चन मार्क आ जाएगा। सो मैं फिर यही एग्जांपल सॉल्व करूंगी कि राम 2 बजे तो सो रहा सी। ਇਹਦੇ ਵਿੱਚ ਸੇਮ ਹੀ ਸੈਂਟੈਂਸ ਜਸਟ ਕੀ ਹੈ, ਜਿਹੜਾ ਹੈਡ ਹੈ ਉਹ ਫਸਟ ਨੰਬਰ ਤੇ ਆ ਜਾਏਗਾ, ਬਾਕੀ ਸਾਰਾ ਸੇਮ ਰਹੇਗਾ ਤੇ ਇੱਕ ਲਾਸਟ ਤੇ ਕੁਐਸਚਨ ਮਾਰਕ ਆ ਜਾਏਗਾ। ਸੋ ਸੈਂਟੈਂਸ ਬਣ ਗਿਆ, ਹੈਡ ਰਾਮ ਬੀਨ ਸਲੀਪਿੰਗ ਸਿੰਸ 2 o'clock ਤੇ ਲਾਸਟ ਤੇ ਕੁਐਸਚਨ ਮਾਰਕ। ਅਗਰ ਹੁਣ ਮੈਂ ਚੇਂਜ ਕਰਾਂ, ਗੀਤਾ ਕੁਝ ਘੰਟਿਆਂ ਤੋਂ ਸੋ ਰਹੀ ਸੀ, ਸੋ ਉਹਦੇ ਵਿੱਚ ਵੀ ਕੀ ਗੀਤਾ ਕੁਝ ਘੰਟਿਆਂ ਤੋਂ ਸੋ ਰਹੀ ਸੀ, ਉਹਦੇ ਵਿੱਚ ਉਹ ਵੀ ਸੇਮ ਬਣ ਜਾਏਗਾ, ਜਸਟ ਉਹਦੇ ਹੈਡ ਜਿਹੜਾ ਸਟਾਰਟਿੰਗ ਚ ਆ ਜਾਏਗਾ। ਨੈਕਸਟ, ਨੈਗੇਟਿਵ ਇੰਟਰੋਗੇਟਿਵ। ਨੈਗੇਟਿਵ ਇੰਟਰੋਗੇਟਿਵ ਦੇ ਵਿੱਚ ਰੂਲ ਜਿਹੜਾ 3rd ਨੰਬਰ ਤੇ ਨੋਟ ਹੀ ਰਹੇਗਾ, ਬਾਕੀ ਸਾਰਾ ਰੂਲ चेंज रहेगा। सो रूल हो गया, हैड सब्जेक्ट बीन वर्ब द फर्स्ट फॉर्म ਨਾਲ आईएनजी प्लस ऑब्जेक्ट प्लस सेंस ऑफ फॉर। सो लास्ट से क्वेश्चन मार्क आ जाएगा। सो सैंटेंस बन गया, राम 2 बजे तो सो रहा सी। ਇਹਦੇ ਵਿੱਚ ਸੇਮ ਹੀ ਸੈਂਟੈਂਸ ਜਸਟ ਕੀ ਹੈ, ਜਿਹੜਾ ਹੈਡ
not third पे been verb the first formal ing plus object plus sense or for and last से question mark. So ये होगा नेगेटिव द रूल. देन उसके बाद सेम एग्जांपल सॉल्व करेंगे कि राम 2 बजे तो सो नहीं रहा सी जहाँ पर गीता कुछ घंटिया तो सो नहीं रही सी कि गीता कुछ घंटिया तो सो नहीं रही सी. सो ਇਹਦੇ ਵਿੱਚ had ਜਿਹੜਾ ਫਰਸਟ ਨੰਬਰ ਤੇ ਆਏਗਾ ਤੇ ਥਰਡ ਨੰਬਰ ਤੇ not ਲਾਊਗਾ ਮਤਲਬ ਕਿ ਸਬਜੈਕਟ ਤੋਂ ਬਾਅਦ. ਸੋ ਸੈਂਟੈਂਸ ਹੋ ਗਿਆ had गीता not been sleeping for a few hours. Last question mark. few भी लिख सकते हो तो some भी लिख सकते हो मतलब दोनों का मीनिंग सेम ही है. तो लास्ट क्वेश्चन मार्क आएगा. So future perfect continuous tense की definition होती है. It is describe an action that will have been ongoing for a period of time in the future up to a specific future point. ਜਦੋਂ ਕਿਸੇ ਆਪਾਂ ਫਿਊਚਰ ਦੇ ਟਾਈਮ ਦੀ ਮੰਥ ਈਅਰ ਦੇ ਬਾਰੇ ਗੱਲ ਕਰਦੇ ਆ ਸੋ ਉਸ ਟਾਈਮ ਨੂੰ ਰਿਪਰੈਜ਼ੈਂਟ ਕਰਦਾ ਹੈ. ਪਹਿਚਾਨ ਕੀ ਹੁੰਦੀ ਹੈ ਇਹਦੀ तो ਰਿਹਾ होवेगा तो रही होवेगी तो रहिया होणगियां तो रहे होणगे. नेक्स्ट ਇਹਦਾ ਰੂਲ ਹੁੰਦਾ ਹੈ subject will have been verb the first form ਨਾਲ ing object then sense or for. ਸੋ ਇਹਦੇ ਵਿੱਚ ਐਗਜ਼ਾਮਪਲ ਹੈਗੀ ਅਸੀਂ ਸਵੇਰ ਤੋਂ ਫੁੱਲ ਤੋੜ ਰਹੇ ਹੋਵਾਂਗੇ. ਠੀਕ ਹੈ. ਸੋ ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਸਬਜੈਕਟ ਆਬਜੈਕਟ फाइंड ਕਰਾਂਗੇ. इसी की हो गया सब्जेक्ट तोड़ रहे होंगे वर्ब ये हो गया अपना ऑब्जेक्ट. सो अकॉर्डिंग टू द रूल सेंटेंस बन गया वही ऐसी का वही आ गया वे विल हैव बीन plucking the flowers since morning. ठीक है. ਹੁਣ ਇਹਨੂੰ ਮੈਂ ਨੈਗੇਟਿਵ ਚ ਵੀ ਕਨਵਰਟ ਕਰਾਂਗੀ. ਨੈਗੇਟਿਵ ਦੇ ਵਿੱਚ ਥਰਡ ਨੰਬਰ ਤੇ ਨੋਟ ਲੱਗ ਜਾਏਗਾ. subject will not have been have been verb the first form the ing plus object sense of form. ऐसी सवेर तो फुल नहीं तोड़ रहे होंगे we will not have been
plucking the flowers since morning। ठीक है, सो ਹੁਣ ਇਹਨੂੰ ਇੰਟਰੋਗੇਟਿਵ ਚ ਕਨਵਰਟ ਕਰਾਂਗੇ। ਇੰਟਰੋਗੇਟਿਵ ਦੇ ਵਿੱਚ will subject have been of the personal ing object for and last the question mark कि ਅਸੀਂ ਸਵੇਰ ਤੋਂ ਫੁੱਲ ਤੋੜ ਰਹੇ ਹੋਵਾਂਗੇ। will we have been plucking the flowers since the flowers। सो नेक्स्ट हम करेंगे नेगेटिव इंटरोगेटिव। ਇਹਦੇ ਵਿੱਚ ਲੱਗ ਜਾਏਗਾ will subject not have been object सेम एग्जाम्पल कि ਅਸੀਂ ਸਵੇਰ ਤੋਂ ਫੁੱਲ नहीं तोड़ रहे होंगे। will we not have been plucking flowers since morning। तो ये सीगा अपना फ्यूचर परफेक्ट कंटिन्यूस टेंस। सो नेक्स्ट वीडियोस देखने के लिए तुसी सानू यूट्यूब ते सब्सक्राइब करो, इंस्टा ते फेसबुक ते फॉलो करो। जे तुहानू वीडियो वधिया लगी हो तो लाइक एंड शेयर जरूर करो।